ਦੂਜੈ ਭਾਏ ਜੇਤੇ ਕਰਮ ਕਰੇ, ਦੁਖ ਲੱਗੈ ਤਨ ਧਾਏ। ਗੁਰ ਪ੍ਰਸਾਦੀ ਸੁਖ ਉਪਜੈ, ਜਾਂ ਗੁਰ ਕਾ ਸ਼ਬਦ ਕਮਾਏ। ਸੱਚੀ ਬਾਣੀ ਕਰਮ ਕਰੇ, ਅਨ ਦਿਨ ਨਾਮ ਧਿਆਏ। ਨਾਨਕ ਜਿਤ ਆਪੇ ਲਾਏ, ਤਿਤ ਲਗੇ ਕਹਿਣਾ ਕਿਛੂ ਨਾ ਜਾਏ। ਸੱਚੀ ਬਾਣੀ ਕਰਮ ਕਰੇ, ਅਨ ਦਿਨ ਨਾਮ ਧਿਆਏ। ਨਾਨਕ ਜਿਤ ਆਪੇ ਲਾਏ, ਤਿਤ ਲਗੇ ਕਹਿਣਾ ਕਿਛੂ ਨਾ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚਿੱਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ 'ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸੰਪੂਰਨ ਰਹਿਣ ਆਪਣੇ ਪਿਆਰ ਦੇ ਭਾਣੇ ਵਿੱਚ ਬਤੀਤ ਕਰਾਈਏ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਆ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਅੰਮ੍ਰਿਤ ਵੇਲੇ ਸੱਚੇ ਸਾਹਿਬ ਦੀ ਬਖਸ਼ਿਸ਼ਾਂ ਦਾ ਦਰ ਖੁੱਲ੍ਹਦਾ ਹੈ। ਸਾਡੇ ਵਾਸਤੇ ਉਪਦੇਸ਼ ਪ੍ਰਾਪਤ ਹੋਏ ਨੇ। ਮਹਾਰਾਜ ਨੇ ਅੱਜ ਸਾਨੂੰ ਫਿਰ ਮੁੜ ਕੇ ਦੁਹਰਾ ਕੇ ਉੱਥੇ ਰੋਕ ਦਿੱਤਾ ਹੈ। ਰਸਨਾ ਗੁਣ ਗੋਪਾਲ ਨਿਤ ਗਾਇਣ। ਰਸਨਾ ਕਰਕੇ ਕਰਤਾ ਪੁਰਖ ਦੇ ਗੁਣ ਗਾਉਣੇ ਹੀ ਪੈਣੇ ਨੇ, ਇਸ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ। ਜਿਵੇਂ ਅਸੀਂ ਕਦੇ ਕਦੇ ਸੰਸਾਰ ਦੇ ਸਿਆਣਿਆਂ ਦੀ ਸੰਗਤ ਕਰਦੇ ਹਾਂ, ਕੁਝ ਖਾਸ ਕਰਮਾਂ ਦੇ ਬਾਰੇ ਅਗਲੇ ਨਿਰਣਾ ਦਿੰਦੇ, ਭਾਈ ਇਹਦਾ ਇੱਕੋ ਇੱਕ ਇਲਾਜ ਹੈ। ਆ ਜਿਹੜੇ ਹਸਪੀਟਲ ਦੇ ਵਿੱਚ ਕੰਮ ਕਰਦੇ ਨੇ, ਜੱਜ ਨੂੰ ਜਾਣਕਾਰੀ ਹੈ, ਕਈ ਵਾਰ ਡਾਕਟਰ ਨਾਲ ਵਾਹ ਪੈਂਦਾ ਹੈ ਅਤੇ ਡਾਕਟਰ ਕਹਿੰਦੇ ਵੀ ਇਲਾਜ ਤਾਂ ਹੈ ਪਰ ਇੱਕੋ ਹੀ ਹੈ। ਇਹ ਨਹੀਂ ਕਿ ਇਲਾਜ ਨਹੀਂ ਹੈ, ਇਲਾਜ ਹੈ, ਜਿੱਥੋਂ ਮਰਜ਼ੀ ਕਰੋ, ਜਿਵੇਂ ਮਰਜ਼ੀ। ਇਲਾਜ ਇਹੀ, ਪ੍ਰੋਸੀਜਰ ਉਹਦਾ ਇਹੀ ਵਰਤਣਾ ਪਏਗਾ, ਇਲਾਜ ਇਹੀ ਹੈ। ਹੁਣ ਤੁਸੀਂ ਦੱਸੋ ਕਿੱਦਾਂ ਕਰਨਾ ਹੈ ਕਿ ਨਹੀਂ ਕਰਨਾ। ਇਸੇ ਤਰ੍ਹਾਂ ਅਧਿਆਤਮਿਕ ਮੰਡਲ ਵਿੱਚ ਵੀ ਮਹਾਰਾਜ ਕਹਿੰਦੇ ਇਲਾਜ ਤਾਂ ਹੈ, ਤੇਰੇ ਹਰ ਦੁੱਖ ਦਾ ਇਲਾਜ ਹੈ, ਪਰ ਕੰਮ ਇੱਕੋ ਹੀ ਹੈ। ਉਹ ਕਰਨਾ ਪੈਣਾ ਤੈਨੂੰ, ਤੇਰੀ ਮਰਜ਼ੀ ਕਰ, ਤੇਰੀ ਮਰਜ਼ੀ ਨਾ ਕਰ। ਜਿਤਨਾ ਕਰ ਲੇਗਾ ਉਤਨਾ ਤੇਰਾ, ਕਿਉਂਕਿ ਇਹ ਕੰਮ ਤੂੰ ਆਪ ਕਰਨਾ। ਇਹ ਇੱਕ ਐਸਾ ਕਰਮ ਹੈ ਜਿਹੜਾ ਖੁਦ ਕਰਨਾ ਪੈਂਦਾ ਹੈ,
ਹੋ ਸਕਦਾ ਦੁਨੀਆ ਦੇ ਬਹੁਤ ਸਾਰੇ ਕਰਮ ਦੂਜਾ ਵਿਅਕਤੀ ਕਰ ਦੇਵੇ, ਹੋ ਸਕਦਾ ਸਾਨੂੰ ਕੋਈ ਥਾਲੀ 'ਚੋਂ ਪ੍ਰਸ਼ਾਦਾ ਆਪਣੇ ਹੱਥ ਨਾਲ ਖਵਾ ਦੇਵੇ। ਸੰਭਵ ਹੈ ਸਾਡੇ ਹੱਥ ਨਾ ਕੰਮ ਕਰਦੇ ਹੋਣ, ਉਹ ਗਰਾਹੀਆਂ ਤੋੜ ਕੇ ਚਮਚ ਨਾਲ ਸਾਨੂੰ ਖਵਾਵੇ, ਪਾਣੀ ਸਾਨੂੰ ਪਿਲਾਏ। ਲੋਕ ਕਰਦੇ ਨੇ, ਪਰ ਚੇਤਾ ਰੱਖਣਾ ਜਾਪ ਖੁਦ ਕਰਨਾ ਪੈਂਦਾ ਹੈ। ਇੱਕ ਐਸਾ ਕਰਮ ਹੈ ਕਰਮ ਹੀ, ਕਿਉਂਕਿ ਕਿਰਿਆ ਕੀਤੀ ਜਾਣੀ ਇਸ ਕਰਕੇ ਕਰਮ ਹੈ। ਇਹ ਖੁਦ ਹੀ ਕਰਨਾ ਹੈ, ਔਰ ਕਿਤਨਾ ਕਰ ਪਾਵਾਂਗੇ ਉਤਨਾ ਹੀ ਸਾਡਾ। ਇੱਕ ਵਾਰ ਕਿਸੇ ਕਿਹਾ ਵਾਹਿਗੁਰੂ, ਰਾਮ ਕਿਹਾ, ਕਿਸੇ ਅੱਲਾ ਕਿਹਾ, ਪ੍ਰੇਮ ਨਾ ਕਿਹਾ, ਉਹ ਗਿਣਤੀ 'ਚ ਹੈ, ਉਹ ਨਿਸ਼ਫਲ ਨਹੀਂ ਹੈ। ਪਰ ਜੇ ਕਿਸੇ ਨੇ ਬਿਨਾਂ ਪ੍ਰੇਮ ਤੋਂ ਭਾਵੇਂ ਹਜ਼ਾਰਾਂ ਵਾਰੀ ਕਿਹਾ, ਕਈ ਵਾਰੀ ਉਹ ਗੱਲ ਬਣਦੀ ਨਹੀਂ, ਕਿਉਂਕਿ ਜ਼ਰੂਰੀ ਨਹੀਂ ਹੈ ਕਿ ਅਸੀਂ ਇੱਥੇ ਗਿਣਤੀ ਪਾ ਲਈਏ। ਇੱਥੇ ਗਿਣਤੀ ਨਹੀਂ, ਇੱਥੇ ਇਸ ਕੰਮ ਦੀ ਗਹਿਰਾਈ ਨਾਪੀ ਜਾਂਦੀ ਕਿਤਨੇ ਪ੍ਰੇਮ ਦੇ ਨਾਲ। ਸਿਆਣੇ ਕਦੇ ਕਦੇ ਢਾਡੀ ਸਿੰਘ ਪੜ੍ਹਦੇ ਨੇ, ਇੱਕ ਵਾਰ ਜਨ ਸ਼੍ਰੀ ਵਾਹਿਗੁਰੂ ਕਹਿਓ। ਇੱਕ ਵਾਰ ਕਹਿਣਾ ਵਾਹਿਗੁਰੂ ਬਹੁਤ ਹੈ, ਪਰ ਕਹਿਣਾ ਤੇ ਪੈਣਾ ਹੈ, ਔਰ ਕਹਿਣਾ ਵੀ ਸਾਨੂੰ ਹੀ ਪੈਣਾ ਹੈ। ਰਸਨਾ ਗੁਣ ਗੋਪਾਲ ਨਿਤ ਗਾਇਣ। ਇਸ ਕਰਕੇ ਭਾਈ ਰਸਨਾ ਕਰਕੇ ਜੋ ਸਾਨੂੰ ਮਿਲੀ ਹੈ, ਜਿਹਦੇ ਬਾਰੇ ਰੋਜ਼ ਸਿਆਣੇ ਪੜ੍ਹਦੇ ਹੋ, ਜੇ ਨਿਤਨੇਮੀ ਹੋ, ਆ ਪੜ੍ਹ ਕੇ ਆਉਂਦੇ ਹੋਗੇ, ਜਾ ਕੇ ਪੜ੍ਹਦੇ ਹੋਗੇ, ਇਹ ਰਸਨਾ ਤੂੰ ਅੰਨ ਰਸ ਰਚ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਉਦੋਂ ਤੱਕ ਤੇਰੇ ਪਿਆਸ ਨਹੀਂ ਜਾਣੇ ਜਿਚਰ ਹਰਸ ਪੱਲੇ ਨਾ ਪਿਆ ਹੈ। ਜਦੋਂ ਤੱਕ ਤੇਰੀ ਰਸਨਾ ਕਰਕੇ ਵਾਹਿਗੁਰੂ 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 ਪੱਲੇ ਨਹੀਂ ਪੈਂਦਾ। ਆਪਾਂ ਕਦੇ ਕਦੇ ਕਹਿੰਦੇ ਨਾ, ਕਥਾ ਕੀਰਤਨ ਸੁਣਿਆ ਕੀਤਾ, ਪੱਲੇ ਕੁਝ ਨਹੀਂ ਪਿਆ। ਪੱਲੇ ਪੈਣਾ ਚਾਹੀਦਾ ਹੈ। ਉਹ ਪੱਲੇ ਕਿੱਦਾਂ ਪਏਗਾ? ਪ੍ਰੇਮ ਦੇ ਨਾਲ। ਰਸਨਾ ਗੁਣ ਗੋਪਾਲ ਨਿਤ ਗਾਇਣ। ਅਤੇ ਨਿਸ਼ਾਨੀ ਕੀ ਸਾਡੇ ਪੱਲੇ ਕੁਝ ਪੈ ਰਿਹਾ? ਨਿਸ਼ਾਨੀ ਉਹਦੀ ਇਹ ਹੈ ਕਿ ਕੀ ਮਨ ਸ਼ਾਂਤ ਹੋਣ ਲੱਗ ਪਿਆ, ਹੌਲੀ ਹੌਲੀ ਸ਼ਾਂਤੀ ਪ੍ਰਾਪਤ ਹੋਣ ਲੱਗ ਪਏ, ਹੌਲੀ ਹੌਲੀ ਸਹਿਜ ਆ ਜਾਏ। ਇਹ ਪੱਲੇ ਪੈਣਾ ਹੈ। ਸਮਝ ਲਈਏ ਵਾਹਿਗੁਰੂ ਵਾਹਿਗੁਰੂ ਜਪਣ ਦੇ ਨਾਲ ਅਗਰ ਮਨ ਟਿਕਣ ਲੱਗ ਪਿਆ ਤਾਂ ਸਮਝ ਲਓ ਸਾਡੇ ਪੱਲੇ ਕੁਛ ਪੈ ਰਿਹਾ ਹੈ। ਸ਼ਾਂਤ ਸਹਿਜ ਰਹੱਸ ਮਨ ਉਪਜਿਓ, ਸਗਲੇ ਦੁੱਖ ਪਲਾਇਣ। ਇਹ ਪੱਲੇ ਪੈਣ ਦੀਆਂ ਨਿਸ਼ਾਨੀਆਂ ਨੇ। ਹੋਰ ਵਾਹਿਗੁਰੂ ਜਪਣ ਨਾਲ ਪਦਾਰਥ ਨਹੀਂ ਪੱਲੇ ਪੈਂਦੇ ਕਿ ਦੇਖੀਏ ਅਸੀਂ ਇੱਥੋਂ ਉੱਠ ਕੇ ਜਾਣਾ ਅਤੇ ਕੀ ਸਾਡੇ ਝੋਲੇ 'ਚ ਕੋਈ ਪਦਾਰਥ ਪਿਆ ਹੋਵੇਗਾ। ਨਹੀਂ, ਮਨ ਨੂੰ ਸ਼ਾਂਤੀ ਮਿਲੀ ਹੋਵੇਗੀ। ਜੇ ਸਤਸੰਗਤ ਕਰਨ ਤੋਂ ਬਾਅਦ ਮਨ ਸ਼ਾਂਤ ਹੋ ਗਿਆ ਅਤੇ ਸਮਝ ਲਓ ਸਾਡੇ ਪੱਲੇ ਕੁਛ ਪੈ ਗਿਆ। ਸਿਆਣੇ ਮੰਨਦੇ ਨੇ ਕਿ ਘਰ ਪਰਿਵਾਰ ਦੀ 100 ਟੈਨਸ਼ਨ ਸਾਡੇ ਉੱਤੇ ਹੁੰਦੀਆਂ ਨੇ, ਬਹੁਤ ਪ੍ਰਕਾਰ ਦੀਆਂ ਅਲੱਗ ਅਲੱਗ ਹੋਣਗੀਆਂ। ਸਭ ਕਹਿਣਗੇ ਮੇਰੇ 'ਤੇ ਬੜੀ ਟੈਨਸ਼ਨ ਨਹੀਂ। ਹਰ ਇੱਕ ਜੀ ਦੀਆਂ ਆਪਣੀਆਂ ਸਮੱਸਿਆਵਾਂ ਨੇ, ਹਰ ਇੱਕ ਜੀ ਆਪਣੇ ਪੱਧਰ 'ਤੇ ਆਪਣੀਆਂ ਹੀ ਸਮੱਸਿਆਵਾਂ ਨਾਲ ਘਿਰਿਆ ਪਿਆ ਹੈ। ਪਰ ਕੀ ਇੱਥੋਂ ਉੱਠ ਕੇ ਜਾਣ ਲੱਗਾ ਵੀ ਉਹਨਾਂ ਸਮੱਸਿਆਵਾਂ 'ਚ ਜੂਝ ਰਿਹਾ ਹੈ? ਬਹੁਤਾ ਨਹੀਂ, ਕੁਝ ਸਮਾਂ ਹੀ ਸੀ ਮਨ ਸ਼ਾਂਤ ਹੋਵੇ। ਜੇ ਮਨ ਸ਼ਾਂਤ ਹੋ ਰਿਹਾ ਤਾਂ ਠੀਕ ਸਾਡੇ ਪੱਲੇ ਪੈ ਰਿਹਾ ਹੈ। ਅੱਜ ਇਹੀ ਗੱਲਾਂ ਕੋਈ ਮਹਾਰਾਜ ਨੇ ਖੁਲਾਸੇ ਨਾਲ ਸਾਡੇ ਨਾਲ ਕੀਤੀਆਂ ਨੇ। ਕਰਮ ਤਾਂ ਅਸੀਂ ਉਹੀ ਕਰਨੇ ਨੇ। ਯਾਦ ਰੱਖਣਾ, ਨਾਸਤਿਕ ਲੋਕਾਂ ਦੇ ਅਤੇ ਆਸਤਿਕ ਲੋਕਾਂ ਦੇ ਕਰਮ ਲਗਭਗ ਇੱਕੋ ਜਿਹੇ ਹੀ ਹੁੰਦੇ ਨੇ। ਅਸੀਂ ਉਹਨੂੰ ਚੰਗੇ ਅਤੇ ਮੰਦੇ ਕਹਿ ਸਕਦੇ ਹਾਂ, ਪਰ ਰੋਜ਼ੀ ਰੋਟੀ ਨਾਸਤਿਕ ਵੀ ਕਮਾਉਂਦਾ ਹੈ, ਰੋਜ਼ੀ ਰੋਟੀ ਆਸਤਿਕ ਵੀ ਕਮਾਉਂਦਾ ਹੈ। ਅਸੀਂ ਉਸਨੂੰ ਆਪਣੇ ਨਜ਼ਰੀਏ ਨਾਲ ਕਹਿ ਸਕਦੇ ਹਾਂ ਕਿ ਗੁਰੂ ਦੀ ਦ੍ਰਿਸ਼ਟੀ 'ਚ ਕਰਮ ਇੱਕ ਸਮਾਨ ਹੁੰਦਾ ਹੈ, ਭਾਵ ਅਲੱਗ ਅਲੱਗ ਹੁੰਦੇ ਨੇ। ਅੱਜ ਜੋ ਮਹਾਰਾਜ ਨੇ ਬਚਨ ਕੀਤਾ ਹੈ, ਜਗਤ ਅਗਿਆਨੀ ਅੰਧ ਹੈ, ਭਾਏ ਦੂਜੇ ਕਰਮ ਕਮਾਏ। ਜਗਤ ਸੰਸਾਰ ਦੇ ਬਹੁਤੇ ਲੋਕ ਜੋ ਜਗਤ ਹੈ, ਦੁਨੀਆ ਹੈ, ਕਿੱਦਾਂ ਕੰਮ ਕਰਦੇ? ਅਗਿਆਨੀ ਹੈ। ਅਗਿਆਨਤਾ ਦੇ ਵਿੱਚ ਹੀ ਲੋਕ ਕਰਮ ਕਰੀ ਜਾਂਦੇ ਨੇ। ਸਾਡੇ ਆਲੇ ਦੁਆਲੇ ਆਪਾਂ ਕਿਤੇ ਮਿਲ ਕੇ ਬਹਿ ਕੇ ਦੇਖੀਏ, ਬਹੁਤ ਸਾਰੇ ਲੋਕ ਨੇ ਕਰਮ ਕਰਦੇ ਨੇ, ਪਤਾ ਹੀ ਨਹੀਂ ਕਿਉਂ ਕਰ ਰਹੇ ਨੇ। ਬਸ ਕਿਉਂ ਪੁੱਛੀਏ? ਲੋਕ ਕਰਦੇ ਨੇ, ਅਸੀਂ ਵੀ ਕਰਦੇ ਹਾਂ। ਸਾਰੇ ਲੋਕ ਉੱਠ ਕੇ ਤੁਰ ਪੈਂਦੇ ਨੇ, ਅਸੀਂ ਵੀ ਤੁਰ ਪੈਂਦੇ ਹਾਂ। ਸਾਰੇ ਲੋਕ ਕਿੱਦਾਂ ਕਰਦੇ ਨੇ, ਅਸੀਂ ਵੀ ਕਰਦੇ ਹਾਂ।
ठीक है भाई, सारे लोग मेहनत मजदूरी करते हैं, ਅਸੀਂ ਵੀ ਕਰਦੇ ਹਾਂ, ਸਾਰੇ ਲੋਕ ਕਰਦੇ ਨੇ, ਅਸੀਂ ਵੀ, ਇਹ ਸਾਰੇ ਲੋਕ ਕਰਦੇ ਨੇ, ਪਰ ਸੋਚੋ ਤੁਸੀਂ ਕਿਉਂ ਕਰਦੇ ਹੋ, ਨਹੀਂ ਪਤਾ। ਅਸੀਂ ਬਹੁ ਗਿਣਤੀ ਅਗਿਆਨਤਾ ਵਿੱਚ ਕਰ ਰਹੇ ਹਾਂ, ਪਤਾ ਨਹੀਂ ਕਿਉਂ ਕਰ ਰਹੇ ਹਾਂ। ਮਹਾਰਾਜ ਕਹਿੰਦੇ ਜਗਤ ਅਗਿਆਨੀ ਹੈ, ਕਿਉਂਕਿ ਗਿਆਨੀਆਂ ਦੀ ਭੀੜ ਨਹੀਂ ਹੁੰਦੀ। ਅੱਜ ਸਦੀਆਂ ਤੋਂ ਰਿਹਾ ਹੈ, ਗਿਆਨ ਖੰਡੀਆਂ ਦੀ ਕਦੇ ਵੀ ਭੀੜ ਨਹੀਂ ਹੋਈ। ਕਰਮ ਖੰਡੀਆਂ ਦੀ, ਜਿਹਨੂੰ ਕਰਮ ਕਾਂਡੀ ਕਹਿੰਦੇ ਆ, ਇਹਨਾਂ ਦੀ ਭੀੜ ਹੋ ਸਕਦੀ ਹੈ, ਸੰਭਵ ਹੈ। ਕਰਮ ਕਾਂਡੀਆਂ ਦੀ ਭੀੜ ਹੋ ਸਕਦੀ ਹੈ, ਗਿਆਨ ਖੰਡ ਦੇ ਲੋਕਾਂ ਦੀ ਭੀੜ ਕਦੇ ਨਹੀਂ ਹੁੰਦੀ। ਕਦੇ ਵੇਖਿਆ ਸੁਕਰਾਤ ਦੇ ਆਲੇ ਦੁਆਲੇ 1500 ਬੰਦਾ ਬੈਠਾ ਹੋਵੇਗਾ? ਨਹੀਂ। ਕਰਮ ਕਾਂਡੀਆਂ ਦੇ ਆਲੇ ਦੁਆਲੇ ਬਹੁਤ ਹੈ। ਬੜਾ ਪਿਆਰਾ ਜਿਹਾ ਬਚਨ ਹੈ, ਪਾਠ ਕਰਦਿਆਂ ਕਰਦਿਆਂ ਆਪ ਨੇ ਪੜ੍ਹਿਆ ਹੋਣਾ, ਵੱਡਿਆਂ ਨੇ ਸਮਝਾਇਆ। ਅਸੀਂ ਸੰਗਤਾਂ 'ਚ ਬੈਠਦੇ, ਵੱਡੇ ਬਜ਼ੁਰਗਾਂ ਤੋਂ, ਵੱਡੇ ਗੁਰਮੁਖਾਂ ਤੋਂ ਸਮਝ ਆਉਂਦੀ ਹੈ। ਕਰਮ ਕਾਂਡੀ ਜਿਹ ਮਾਰਗ ਪੰਡਿਤ ਗਏ, ਪੰਡਿਤ ਕਰਮ ਕਾਂਡੀ ਦੀ ਨਿਸ਼ਾਨੀ ਹੁੰਦੀ ਹੈ। ਜਿੱਧਰ ਕਰਮ ਕਾਂਡੀ ਲੋਕ ਜਾਂਦੇ ਨੇ, ਜਾਤੀ ਨਹੀਂ ਖਿਆਲ ਕਰਨਾ ਚਾਹੁੰਦਾ, ਖਿਆਲ ਕਿ ਕਿਸੇ ਜਾਤੀ ਨੂੰ ਪੰਡਿਤ ਇੱਕ ਪਦਵੀ ਹੈ। ਜਿਹ ਮਾਰਗ ਪੰਡਿਤ ਗਏ ਪਾਛੇ ਪਰੀ ਬਹੀਰ, ਲੋਕ ਵਹੀਰਾਂ ਘੱਤ ਕੇ ਮਗਰ ਤੁਰ ਪੈਂਦੇ ਨੇ। ਅੱਜ ਵੀ ਤੁਸੀਂ ਕੋਈ ਕਰਮ ਕਾਂਡ ਕਰਕੇ ਦੇਖੋ, ਲੋਕ ਵਹੀਰਾਂ ਘੱਤ ਕੇ ਮਗਰ ਤੁਰੇ ਨੇ। ਅਸੀਂ ਆਪਣੇ ਵਿੱਚ ਹੀ ਦੇਖੇ, ਬਹੁਤ ਖਿਮਾ ਕਰਨਾ ਕਿਹਾ ਜਾਏ ਤਾਂ ਕਈ ਵਾਰ ਗੱਲਾਂ ਭਾਰੀਆਂ ਹੁੰਦੀਆਂ ਨੇ। ਅਸੀਂ ਬਹੁਤ ਸਾਰੇ ਕਰਮ ਕਾਂਡ ਕਰਦੇ ਹਾਂ, ਬਸ ਕਰੀ ਜਾ ਰਹੇ ਹਾਂ। ਹੁਣ ਅੱਜ ਕੱਲ੍ਹ ਦੇ ਜ਼ਮਾਨੇ 'ਚ ਸ਼੍ਰੀ ਅਖੰਡ ਪਾਠ ਸਾਹਿਬ ਖਾਣਾ ਕਰਮ ਕਾਂਡ ਬਣ ਚੁੱਕਾ ਹੈ। ਰਖਾ ਰਹੇ, ਕਰ ਰਹੇ ਹਾਂ, ਕਿਉਂਕਿ ਸਾਰੇ ਰਖਾਉਂਦੇ ਨੇ, ਅਸੀਂ ਵੀ ਰਖਾ ਰਹੇ ਹਾਂ। ਘਰ ਖੁਸ਼ੀ ਆਈ ਹੈ, ਪਾਠ ਰਖਾਣਾ ਜੀ, ਬਸ ਰਖਾਣਾ ਹੈ। ਕਿਉਂ ਰਖਾਣਾ, ਤਾਂ ਮਕਸਦ ਕੀ ਹੈ, ਪਰਪਸ ਕੀ ਹੈ, ਪਤਾ ਨਹੀਂ। ਸਭ ਨੇ ਰਖਾਇਆ, ਅਸੀਂ ਵੀ ਰਖਾਣਾ। ਫਿਰ ਘਰ ਗਿਆ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਘਰ ਸਰੂਪ ਗਿਆ, ਸੇਵਾ ਸਤਿਕਾਰ ਸਨਮਾਨ ਭਾਵ ਕੀ ਹੈ ਪਤਾ ਨਹੀਂ, ਪਰ ਰਖਾਣਾ ਹੈ। ਪ੍ਰਾਣੀ ਚਲਾਉਣ ਗਿਆ, ਚਲਾਣਾ ਕਰ ਗਿਆ, ਅਸਾਂ ਕੀਰਤਨ ਕਰਾਣਾ, ਪਾਠ ਕਰਾਣਾ ਹੈ ਜੀ, ਸਾਰੇ ਕਰਾਉਂਦੇ ਨੇ। ਅਗਾਹੇ ਬਗਾਹੇ ਇੱਥੇ ਦੇਖੀਦਾ ਹੈ, ਮ੍ਰਿਤਕ ਦਾ ਭੋਗ ਹੈ, ਬਸ ਕਿਸੇ ਨੂੰ ਮਤਲਬ ਹੀ ਨਹੀਂ ਕਿਉਂ ਨਹੀਂ ਹੋ ਰਿਹਾ ਕੀਰਤਨ। ਕਿਉਂ ਕਿ ਲੋਕ ਕਰਵਾਉਂਦੇ ਨੇ, ਕੀਰਤਨ ਕਰਵਾਉਂਦੇ ਨੇ ਸਾਰੇ, ਅਸੀਂ ਵੀ ਪੈਸੇ ਦੇ ਕੇ ਕਰਵਾਉਂਦੇ ਹਾਂ। ਬਸ ਇਹ ਅਗਿਆਨੀ ਅੰਧ ਹੈ। ਧਰਮ ਦੇ ਨਾਂ 'ਤੇ ਕੀਤੇ ਹੋਏ ਕਰਮ, ਜਿਨ੍ਹਾਂ 'ਚ ਸਾਡਾ ਕੋਈ ਚਿੱਤ ਨਹੀਂ, ਕੋਈ ਭਾਵ ਨਹੀਂ, ਕੋਈ ਸਾਡੀ ਸੰਵੇਦਨਾ ਨਹੀਂ, ਜੇ ਸਾਡੇ ਮਨ ਦੇ ਭਾਵਨਾਤਮਕ ਮੰਡਲ ਅਸੀਂ ਜੁੜੇ ਹੀ ਨਹੀਂ ਉਹਦੇ ਨਾਲ, ਬਸ ਕਰ ਰਹੇ ਹਾਂ। ਕਿਉਂ ਕਰ ਰਹੇ ਹਾਂ? ਲੋਕ ਕਹਿੰਦੇ ਲੈ ਕੀ ਫਰਕ ਪੈਂਦਾ, 2-4 10 ਹਜ਼ਾਰ ਰੁਪਇਆ ਖਰਚ ਹੋ ਗਿਆ ਨਾ, ਹੋ ਜਾਣ ਦੇ, ਬਸ ਇੰਨਾ ਹੀ ਫਰਕ ਹੈ ਨਾ। ਉਹ ਕਰਜ਼ਾ ਚੁੱਕ ਕੇ ਲੋਕ ਕਰ ਰਹੇ ਨੇ, ਪੱਲੇ ਹੈ ਤਾਂ ਵੀ ਕਰ ਰਹੇ ਨੇ। ਇਹ ਬਹੁਤ ਸਾਰੇ ਕਰਮ ਕਾਂਡੇ ਪੰਡਤ ਨੇ ਜਿਹਦੇ ਪਿੱਛੇ ਬਹੀਰਾਂ ਘੱਤ ਕੇ ਲੋਕ ਪਏ ਨੇ, ਕਰ ਰਹੇ ਨੇ। ਇਹ ਠੀਕ ਹੈ, ਸਾਡੀਆਂ ਦੁਕਾਨਦਾਰੀਆਂ ਦੇ ਨਾਲ ਵਧੀਆ ਚੱਲਦੀਆਂ ਨੇ, ਰੋਜ਼ੀ ਰੋਟੀ ਸਾਡੀ ਚੱਲਦੀ ਹੈ, ਇਸ ਕਰਕੇ ਕੋਈ ਮਨਾ ਨਹੀਂ ਕਰਦਾ, ਕਹਿੰਦੇ ਆ ਕਰੋ ਭਾਈ, ਕਿਉਂਕਿ ਸੰਸਾਰ ਦਾ ਬਣਤਾ ਤਾਣਾ ਬਾਣਾ ਬਣ ਚੁੱਕਾ ਹੈ। ਔਰ ਇਸ ਤਾਣੇ ਬਾਣੇ 'ਚੋਂ ਅਗਰ ਕੋਈ ਹਿੱਲੇਗਾ, ਕੋਈ ਹਟੇਗਾ, ਤਾਂ ਸਭ ਤੋਂ ਪਹਿਲਾ ਫਰਕ ਉਹਦੀ ਰੋਜ਼ੀ ਰੋਟੀ 'ਤੇ ਪਏਗਾ। ਇਸ ਕਰਕੇ ਕੋਈ ਕਿਸੇ ਨੂੰ ਕੁਛ ਕਹਿੰਦਾ ਹੀ ਨਹੀਂ, ਕਰੀ ਜਾਓ। ਪਰ ਗੁਰੂ ਕਹਿੰਦੇ ਨੇ ਇਹ ਅਗਿਆਨਤਾ ਦੇ ਕਰਮ ਹੈ, ਨਾ ਕਰਿਆ ਕਰੋ। ਕਰਮ ਕਰਨ ਤੋਂ, ਅਖੰਡ ਪਾਠ ਤੋਂ ਗੁਰਦੇਵ ਨੂੰ ਮਨਾ ਨਹੀਂ ਕਰਨਗੇ ਸਾਨੂੰ, ਪਰ ਕਰੋ, ਲੇਕਿਨ ਅਗਿਆਨਤਾ ਵਸ਼ ਨਾ ਕਰੋ, ਪ੍ਰੇਮ ਦੇ ਨਾ ਕਰੋ। ਸਾਲ 'ਚ ਇੱਕ ਵਾਰੀ ਹੋਵੇ, ਜੀਵਨ 'ਚ ਇੱਕ ਵਾਰੀ ਹੋ ਜਾਏ, ਕੋਈ ਗੱਲ ਨਹੀਂ, ਪਰ ਪ੍ਰੇਮ ਦੇ ਨਾਲ ਪਾਠ ਹੋਵੇ। ਘਰ ਮਹਾਰਾਜ ਦਾ ਸਰੂਪ ਅਗਰ ਜਾਂਦਾ ਹੈ ਤਾਂ ਇਹਨਾਂ ਮਾਣ ਸਨਮਾਨ ਅਦਬ ਹੋਵੇ ਕਿ ਉਹ 3 ਦਿਨ ਸਾਡੇ ਤੋਂ ਲੋਕਾਂ ਨੂੰ ਵੇਖਣ ਨੂੰ ਪਤਾ ਲੱਗੇ ਭਾਈ ਦੇ ਘਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ। ਅਦਬ ਹੈ, ਭਾਵ ਹੈ, ਸਨਮਾਨ ਹੈ, ਪਰ ਅਸੀਂ ਐਸਾ ਨਹੀਂ ਕਰ ਪਾ ਰਹੇ। ਔਰ 2-4 10 ਨਹੀਂ, ਸਾਰੀ ਦੁਨੀਆ 'ਚ ਤਾਣਾ ਬਾਣਾ ਉਲਝਿਆ ਹੋਇਆ। ਇਸੇ ਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਜਗਤ ਅਗਿਆਨੀ ਅੰਧ ਹੈ। ਕਰਮ ਵੇਖਣ ਨੂੰ ਚੰਗੇ ਹੀ ਕਰਦਾ ਹੈ, ਪਰ ਅਗਿਆਨਤਾ 'ਚ ਕਰਦਾ ਹੈ, ਅੰਧਪੁਣੇ 'ਚ ਕਰਦਾ ਹੈ। ਔਰ ਅੰਧਪੁਣੇ 'ਚ ਇੱਦਾਂ ਕਰਦਾ ਕਿ ਨਤੀਜਾ ਕੋਈ ਨਹੀਂ ਹੈ। ਅੰਧੇ ਕਰਮ ਦਾ ਨਤੀਜਾ ਕੋਈ ਨਹੀਂ ਨਿਕਲਦਾ। ਪੁਰਾਣੇ ਦਾਰਸ਼ਨਿਕ ਲੋਕ ਸਿਆਣੇ ਸਿਖਾਉਂਦੇ ਕਿ ਅੰਧਾ ਬੰਦਾ ਰੱਸੀ ਵੱਟਦਾ ਹੋਵੇ। ਪੁਰਾਣੇ ਦਰਸ਼ ਫਿਲਾਸਫੀ 'ਚ ਗਾਥਾ ਸੁਣਾਈ ਜਾਂਦੀ ਹੁੰਦੀ ਸੀ, ਸ਼ਾਇਦ ਵਡੇਰਿਆਂ ਤੋਂ ਕਿਸੇ ਨੇ ਆਪਣੀ ਸੁਣੀ ਹੋਵੇ, ਵੀ ਕਿਸੇ ਅੰਧੇ ਬੰਦੇ ਨੂੰ ਕਿਸੇ ਨੇ ਬਾਣ ਵੱਟਣ 'ਤੇ ਰੱਸੀ ਵੱਟਣ 'ਤੇ ਲਗਾ ਦਿੱਤਾ, ਸਿਖਾ ਦਿੱਤਾ, ਉਹ ਸਿੱਖ ਗਿਆ।
ਉਹਨੂੰ ਰੋਜ਼ ਸਣ ਦਾ ਪੂੜਾ ਦੇਣਾ, ਉਹਨੇ ਬੈਠੇ ਬੈਠੇ ਰੱਸੀ ਵੱਟ ਦੇਣੀ। ਪਰ ਇੱਕ ਦਿਨ ਵੱਟਣ ਬੈਠਾ, ਘਰ ਦੇ ਕਿਸੇ ਨਾਦਾਨ ਬੰਦੇ ਨੂੰ ਉਹਦੇ ਕੋਲ ਹੀ ਇੱਕ ਵੱਛਾ ਬੰਨ੍ਹ ਦਿੱਤਾ। ਹੁਣ ਉਹ ਬੈਠਾ ਰੱਸੀ ਵੱਟਦਾ ਹੈ, ਪਿੱਛੇ ਵੱਛਾ ਵੱਝਾ ਹੋਇਆ, ਉਹ ਖਾਈ ਜਾਂਦਾ ਹੈ। ਉਹ ਸਾਰਾ ਦਿਨ ਰੱਸੀ ਵੱਟਦਾ ਰਿਹਾ, ਵੱਛਾ ਮਗਰ ਖਾਈ ਜਾਂਦਾ ਹੈ। ਜਦੋਂ ਸ਼ਾਮ ਨੂੰ ਉੱਠਿਆ ਕਿ ਮੇਰੀ ਰੱਸੀ ਤਾਂ ਬਹੁਤ ਸਾਰੀ ਹੋ ਗਈ ਹੋਣੀ ਹੈ, ਕਿ ਅੱਜ ਮੈਂ ਬਹੁਤ ਮਿਹਨਤ ਕੀਤੀ ਹੈ, ਸਾਰਾ ਦਿਨ ਮਿਹਨਤ ਕੀਤੀ ਹੈ, ਮੇਰੀ ਰੱਸੀ ਬਹੁਤ ਹੋ ਗਈ ਹੋਏਗੀ। ਹੱਥ ਮਾਰ ਕੇ ਦੇਖਿਆ, ਕੁਛ ਵੀ ਤੇ ਨਹੀਂ, ਤਲਾਸ਼ਦਾ ਕੁਛ ਵੀ ਤੇ ਨਹੀਂ। ਬਾਅਦ ਪਤਾ ਲੱਗਾ ਵੀ ਜਿੰਨੀ ਰੱਸੀ ਵੱਟੀ ਸੀ ਉਹ ਸਾਰੀ ਦੀ ਸਾਰੀ ਵੱਛਾ ਖਾ ਗਿਆ। ਇਸੇ ਤਰ੍ਹਾਂ ਅਸੀਂ ਕਰਮ ਬਹੁਤ ਕਰ ਰਹੇ ਹਾਂ, ਪਰ ਕੀ ਪ੍ਰਾਪਤੀਆਂ ਵੀ ਹੋ ਰਹੀਆਂ ਨੇ? ਨਹੀਂ ਤੇ ਇੰਨੇ ਪਾਠ ਹੋ ਰਹੇ ਨੇ, ਸਮਾਜ ਵਿੱਚ ਬਦਲਾਅ ਕਿਉਂ ਨਹੀਂ ਆ ਰਿਹਾ? ਜਦ ਕਿ ਬਾਣੀ ਪੜ੍ਹਨ ਵਾਲੇ, ਸੁਣਨ ਵਾਲੇ ਸਾਰੇ ਕਹਿੰਦੇ ਨੇ ਬਾਣੀ ਪੜ੍ਹਨ ਦੇ ਨਾਲ ਬਦਲਾਅ ਹੋਣਾ ਚਾਹੀਦਾ ਹੈ। ਔਰ ਆਦਰਸ਼ਕ ਸਿਧਾਂਤਕ ਪੱਖ ਇਹੀ ਹੈ ਕਿ ਬਾਣੀ ਪੜ੍ਹਨ ਦੇ ਨਾਲ, ਬਾਣੀ ਸੁਣਨ ਦੇ ਨਾਲ ਜੀਵਨ 'ਚ ਬਦਲਾਅ ਹੋਣਾ ਚਾਹੀਦਾ ਹੈ, ਦਰਸ਼ ਦਿਖਣਾ ਚਾਹੀਦਾ ਹੈ। ਆਸਾ ਕੀ ਵਾਰ ਪੜ੍ਹਦੇ ਹੋ, ਉਹ 'ਚ ਪਹਿਲੀ ਗੱਲ ਹੀ ਇੱਥੋਂ ਆਰੰਭ ਹੈ ਕਿ ਜੀਵਨ 'ਚ ਬਦਲਾਵ ਲਈ ਹੀ ਅਸੀਂ ਇੱਥੇ ਬੈਠਣਾ ਹੈ। ਅੱਜ ਜਿਤਨੇ ਜੀ ਅਸੀਂ ਇੱਥੇ ਆਉਂਦੇ ਹਾਂ, ਅਸੀਂ ਕੇਵਲ ਕਰਮ ਕਾਂਡ ਕਰਨ ਲਈ ਨਹੀਂ ਹੁੰਦੇ ਵੀ ਹਾਂ ਆਏ ਜੀ ਬੈਠ ਕੇ ਚਲੇ ਗਏ। ਇੱਥੇ ਤੇ ਬਦਲਾਅ ਵਾਸਤੇ ਬੈਠਣਾ ਹੈ। ਅਸੀਂ ਨਾਦਾਨ ਬੱਚੇ ਨੂੰ ਸਕੂਲ ਵਿੱਚ ਦਾਖਲ ਕਰਾਉਂਦੇ ਹਾਂ, ਲਗਭਗ 24 ਸਾਲ ਬਾਅਦ ਉਹ ਬੱਚਾ ਜਦ ਵਾਪਸ ਘਰ ਆਉਂਦਾ ਹੈ ਅਤੇ ਬਦਲਿਆ ਹੋਇਆ ਹੁੰਦਾ ਹੈ। ਸਭ ਨੇ ਦੇਖਿਆ ਨਾ, 21 ਸਾਲ ਦੀ ਮਿਹਨਤ ਬਦਲਾਅ ਦਿੰਦੀ ਹੈ ਸਮਾਜ ਵਿੱਚ। ਸਮਾਜ ਸ਼ਾਸਤਰੀ ਮੰਨਦੇ ਨੇ ਕਿ 21 ਸਾਲ ਦੀ ਮਿਹਨਤ ਨਾਲ ਉਹ ਨਾਦਾਨ ਅਤੇ ਅਣਭੁੱਲ ਜਿਹਾ ਬਾਲਕ ਹੁਣ ਮਾਸਟਰ ਹੋ ਜਾਂਦਾ ਹੈ, ਬਦਲ ਜਾਂਦਾ ਹੈ। ਪਰ ਕੀ ਸਾਨੂੰ ਤਾਂ 21 ਸਾਲ ਨਿਤਨੇਮ ਸੁਣਦਿਆਂ ਕਰਦਿਆਂ ਨਹੀਂ ਹੋ ਗਏ? ਅਸੀਂ ਬਦਲੇ ਨਹੀਂ? ਬਦਲੇ ਨਾ, ਪਰ ਬਦਲਣਾ ਚਾਹੀਦਾ ਹੈ। ਅਤੇ ਜੇ ਨਹੀਂ ਬਦਲ ਰਹੇ ਤਾਂ ਅਸੀਂ ਕੁਛ ਨਹੀਂ ਖੱਟ ਰਹੇ, ਅਸੀਂ ਕੁਛ ਕਮਾ ਨਹੀਂ ਰਹੇ। ਇਹੀ ਮਹਾਰਾਜ ਕਹਿੰਦੇ, ਜਗਤ ਅਗਿਆਨੀ ਆਂਧੇ ਭਾਏ ਦੂਜੇ ਕਰਮ ਕਮਾਏ। ਦੂਜੇ ਭਾਵ ਦਾ ਮਤਲਬ ਕੀ ਹੈ? ਬਸ ਮਨ ਦੀ ਖੁਸ਼ੀ, ਲੋਕ ਦਿਖਾਵਾ ਕਰ ਲਿਆ, ਲੱਕਾਂ ਕਰ ਲਿਆ, ਅਸੀਂ ਵੀ ਕਰ ਲਿਆ। ਲੋਕਾਂ ਨੇ ਕੀਤਾ, ਅਸੀਂ ਵੀ ਕਰ ਲਿਆ। ਲੋਕਾਂ ਨੇ ਆ ਕੇ ਇੱਥੇ ਕੀਤਾ, ਅਸੀਂ ਵੀ ਕਰ ਲਿਆ। ਚਾਹੀਦਾ ਤਾਂ ਇਹ ਸੀ ਇੱਥੇ ਆਉਂਦੇ, ਇੱਥੋਂ ਜਾਂਦੇ ਅਤੇ ਬਦਲ ਕੇ ਜਾਂਦੇ। ਇੱਕ ਬੜੀ ਪੁਰਾਣੀ ਦਾਰਸ਼ਨਿਕ ਗਾਥਾ ਹੈ, ਉਹ ਇਤਿਹਾਸਕ ਤਾਂ ਨਹੀਂ ਹੈ, ਪਰ ਵਡੇਰਿਆਂ ਨੇ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਅਤੇ ਬਾਬਾ ਬੁੱਢਾ ਸਾਹਿਬ ਜੀ ਦੇ ਨਾਂ 'ਤੇ ਸਿਆਣੇ ਨੇ ਬਣਾਈ ਹੈ। ਉਹ ਦਾਰਸ਼ਨਿਕ ਗਾਥਾ ਹੈ। ਪੁਰਾਣੀ ਜਨਮ ਸਾਖੀ ਪੜ੍ਹਨ ਵਾਲੇ ਕਦੇ ਕਦੇ ਸੁਣਾਉਂਦੇ ਹੁੰਦੇ ਸੀ ਕਿ ਬਾਬਾ ਬੁੱਢਾ ਸਾਹਿਬ ਜੀ 10 ਕੁ ਵਰ੍ਹਿਆਂ ਦੇ ਨੇ, ਮਹਾਰਾਜ ਕੋਲ ਆ ਕੇ ਬੈਠ ਗਏ, ਘਰੋਂ ਕੁਝ ਸਾਮਾਨ ਲੈ ਕੇ ਆਏ ਨੇ। ਮਹਾਰਾਜ ਨੇ ਕਿਹਾ, ਬੇਟਾ ਇੱਦਾਂ ਨਹੀਂ, ਇਹ ਸਾਮਾਨ ਤੂੰ ਮਾਂ ਤੋਂ ਚੋਰੀ ਲੈ ਕੇ ਆਇਆ ਹੈ, ਇੱਦਾਂ ਤੇ ਨਹੀਂ ਮੈਂ ਪ੍ਰਵਾਨ ਕਰਦਾ, ਕਿਉਂਕਿ ਸਾਮਾਨ ਤੂੰ ਮਾਂ ਤੋਂ ਪੁੱਛਿਆ ਨਹੀਂ ਹੈ। ਅਤੇ 10 ਕੁ ਵਰ੍ਹਿਆਂ ਦੇ ਬਾਲਕ ਨੇ ਅਗਰ ਕੁਝ ਦੇਣਾ ਹੈ, ਸੁਤੰਤਰ ਨਹੀਂ ਦੇਤਾ, ਮਾਤਾ ਪਿਤਾ ਤੋਂ ਪੁੱਛ ਕੇ ਦੇ। ਤੂੰ ਮਾਤਾ ਤੋਂ ਪੁੱਛ ਕੇ ਲਿਆਂਦਾ? ਕਹਿਣ ਲੱਗਾ, ਜੀ ਨਹੀਂ, ਮੈਂ ਚੋਰੀ ਲੈ ਆਇਆ। ਕਹਿਣ ਲੱਗਾ, ਅਸੀਂ ਵਾਪਸ ਲੈ ਜਾ। ਕਿੱਦਾਂ ਜਾਵਾਂ? ਕਿਹੜਾ ਮੂੰਹ ਲੈ ਕੇ ਜਾਵਾਂਗਾ ਕਿ ਮੈਂ ਚੋਰੀ ਕਰਕੇ ਆਇਆ? ਕਹਿ ਲੱਗੇ, ਮਹਾਰਾਜ ਨੇ ਹੱਥ ਮੂੰਹ 'ਤੇ ਫੇਰਿਆ, ਬੁੱਢਾ ਹੋ ਗਿਆ, ਬਦਲ ਗਿਆ। ਇਹ ਨਹੀਂ ਕਿ 10 ਵਰ੍ਹਿਆਂ ਦਾ ਬਾਲਕ 90 ਸਾਲਾਂ ਦਾ ਬੁੱਢਾ ਹੋ ਗਿਆ। ਮਹਾਰਾਜ ਨੇ ਸਿਰ 'ਤੇ ਹੱਥ ਫੇਰਿਆ, ਆਦਤਾਂ ਬਦਲ ਗਈਆਂ, ਸੁਭਾਅ ਬਦਲ ਗਿਆ, ਕਰਮ ਬਦਲ ਗਿਆ, ਵਿਚਾਰ ਬਦਲ ਗਏ। ਜਿਹੜਾ ਅੱਗੇ ਮਾਂ ਤੋਂ ਡਰਦਾ ਸੀ ਕਿ ਮੈਂ ਜਾ ਕੇ ਕੀ ਕਵਾਂਗਾ, ਬਦਲ ਗਿਆ। ਜਾ ਕੇ ਆਪ ਕਹਿਤਾ, ਮਾਂ ਮੈਂ ਦੇਖੋ ਤੁਹਾਥੋਂ ਬਿਨਾਂ ਪੁੱਛਿਆ ਲੈ ਕੇ ਆਇਆ ਸਾਂ, ਇਹ ਬਾਬਾ ਜੀ ਨੇ ਪ੍ਰਵਾਨ ਨਹੀਂ ਕੀਤਾ, ਮੈਂ ਵਾਪਸ ਲੈ ਆਇਆ। ਅਤੇ ਕੀ ਮਾਂ ਨਾਰਾਜ਼ ਹੋਈ ਹੋਏਗੀ? ਨਹੀਂ, ਮਾਂ ਨੇ ਕਿਹਾ, ਹੋਣਾ ਬੇਟਾ ਨਹੀਂ, ਹੁਣ ਜਾ ਕੇ ਭੇਟ ਕਰ, ਹੁਣ ਮੈਂ ਨਾਲ ਚੱਲਦੀ ਹਾਂ। ਨਤੀਜਨ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦੇ ਪਿਆਰਿਆਂ 'ਚੋਂ ਬਾਬਾ ਬੁੱਢਾ ਜੀ ਦਾ ਥਾਂ ਹੈ। ਜੀਵਨ ਬਦਲਣਾ ਚਾਹੀਦਾ ਹੈ, ਸਰੂਪ ਨਹੀਂ, ਚਿਹਰੇ ਨਹੀਂ ਬਦਲਨੇ। ਆਸਾ ਕੀ ਵਾਰ ਦੀ ਜ਼ਿਕਰ ਕਰਦੇ ਆਪਾਂ, ਬਲਿਹਾਰੀ ਗੁਰੇ ਆਪਣਾ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ। ਅਸੀਂ ਮਨੁੱਖ ਕਰਮ ਕਰਕੇ ਬਣ ਕੇ ਆ ਗਏ ਹਾਂ, ਜਨਮ ਲੈ ਕੇ ਮਨੁੱਖ ਬਣ ਕੇ ਆਏ ਹਾਂ। ਗੁਰੂ ਦੀ ਸੰਗਤ ਵਿੱਚ ਬੈਠਣ ਤੋਂ ਬਾਅਦ ਸਾਡਾ ਜੀਵਨ ਦੇਵਤਿਆਂ ਵਰਗਾ ਹੋਣਾ ਚਾਹੀਦਾ ਹੈ। ਦੇਵਤਿਆਂ ਦਾ ਜੀਵਨ ਐਸਾ ਨਹੀਂ ਕਿ ਉਹ ਹਵਾ 'ਚ ਉੱਡਦੇ ਫਿਰਦੇ ਨੇ। ਅਸੀਂ ਐਸੇ ਦੇਵਤੇ ਮਤ ਤਲਾਸ਼ ਕਰੀਏ ਕਿ ਉਹ ਬੱਦਲਾਂ 'ਚ ਤੁਰੇ ਫਿਰਦੇ ਹੋਣਗੇ। ਨਹੀਂ, ਦੇਵਤਿਆਂ ਦਾ ਮਤਲਬ ਸਾਫ ਸੁਥਰਾ ਦੈਵਿਕ ਜੀਵਨ, ਦੈਵੀ ਹੈ ਜੀਵਨ, ਸੱਤ ਹੈ, ਆਨੰਦ ਹੈ, ਪ੍ਰੇਮ ਹੈ, ਹਰ ਵਕਤ ਖੁਸ਼ੀ ਹੈ।
ਇੱਥੋਂ ਅਸੀਂ ਉੱਠ ਕੇ ਜਾਈਏ ਤੇ ਘਰ ਦੇ ਛੋਟੇ ਨਿਆਣੇ ਸਾਡੇ ਕੋਲ ਡਰਨ ਨਾ, ਬਲਕਿ ਕੋਲ ਆ ਕੇ ਬੈਠਣ, ਸਾਡੇ ਕੋਲ ਆਨੰਦ ਹੋਵੇ, ਰਸ ਹੋਵੇ, ਜੀਵਨ 'ਚ ਬਦਲਾਵ। ਪਰ ਐਸਾ ਖੱਟ ਨਹੀਂ ਕਮਾ ਰਹੇ ਅਸੀਂ, ਬਹੁਤੇ ਸਮਾਜ 'ਚ ਐਸਾ ਦੇਖ ਨਹੀਂ। ਮਹਾਰਾਜ ਕਹਿੰਦੇ ਕਾਰਨ ਕੀ ਹੈ? ਭਾਵ ਹੈ ਦੂਜਾ। ਦੂਜੇ ਭਾਵ ਦਾ ਮਤਲਬ ਹੁੰਦਾ ਹੈ, ਇੱਕ ਭਾਵ ਗੁਰੂ ਪ੍ਰਤੀ ਹੁੰਦਾ ਹੈ, ਪਹਿਲਾ ਭਾਵ ਜਦੋਂ ਵੀ ਗੁਰਬਾਣੀ 'ਚ ਆਏਗਾ ਉਹ ਗੁਰੂ ਪ੍ਰਤੀ ਹੈ, ਅਤੇ ਦੂਜਾ ਭਾਵ ਸੰਸਾਰ ਪ੍ਰਤੀ ਹੈ। ਅਸੀਂ ਕਰਮ ਤੇ ਕਰਦੇ ਹਾਂ, ਪਰ ਅਸੀਂ ਸੰਸਾਰ ਨੂੰ ਦਿਖਾਉਣਾ ਚਾਹੁੰਦੇ ਹਾਂ। ਅਸੀਂ ਜਾਪ ਤਾਪ ਪੂਜਾ ਪਾਠ ਸਭ ਕੁਛ ਕਰਦੇ ਹਾਂ, ਪਰ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ, ਦੇਖੋ ਜੀ ਫਲਾਣਾ ਬੰਦਾ ਆਹ ਕੁਛ ਕੀਤਾ। ਦੂਜੇ ਭਾਵੇਂ ਕਰਮ ਕਰਦੇ ਹਾਂ। ਭਾਵਨਾਤਮਕ ਮੰਡਲ 'ਚ ਅਸੀਂ ਕਰਮ ਨਹੀਂ ਕਰ ਪਾ ਰਹੇ। ਅਸੀਂ ਭਾਵਨਾਤਮਕ ਮੰਡਲ 'ਚ ਗੁਰੂ ਨਾਨਕ ਦੇ ਨਾਲ ਨਹੀਂ ਜੁੜ ਪਾ ਰਹੇ। ਭਾਵਨਾਤਮਕ ਮੰਡਲਾਂ ਅਸੀਂ ਆਪਣੀ ਹਉਮੈ ਦੇ ਨਾਲ, ਆਪਣੇ ਜਗਤ ਦੀ ਬਣਤਰ ਦੇ ਨਾਲ, ਅਸਾਂ ਜੋ ਸੰਸਾਰ 'ਚ ਬਣਾਇਆ ਤਾਣਾ ਬਣਾ ਉਹਦੇ ਨਾਲ ਜੁੜੇ ਹੋਏ ਹਾਂ। ਅਸੀਂ ਉਸ ਨੂੰ ਮੇਨਟੇਨ ਕਰ ਰਹੇ ਹਾਂ, ਉਹਨੂੰ ਸਥਾਪਿਤ ਹੋ ਰਹੇ ਹਾਂ, ਅਤੇ ਨਤੀਜਨ ਸਾਡੇ ਕੀਤੇ ਕਰਮ ਪਾਣੀ 'ਚ ਖਿੱਚੀਆਂ ਹੋਈਆਂ ਲਕੀਰਾਂ ਤੋਂ ਵੱਧ ਕੋਈ ਫਾਇਦਾ ਨਹੀਂ ਦੇ ਰਹੇ। ਉਮਰਾਂ ਦੀਆਂ ਉਮਰਾਂ ਨਿਕਲ ਗਈਆਂ ਸਾਡੀਆਂ, ਪਰ ਬਦਲਾਵ ਨਹੀਂ ਆਇਆ। ਚਾਹੀਦਾ ਤਾਂ ਇਹ ਸੀ ਸਾਡੇ ਸੁਭਾਅ ਬਦਲ ਜਾਂਦੇ, ਸਾਡਾ ਕ੍ਰੋਧ ਬਦਲ ਜਾਂਦਾ। ਅਸੀਂ ਇੱਥੋਂ ਲਗਾਤਾਰ ਆਉਂਦੇ ਹਾਂ। ਠੀਕ ਹੈ, ਇੱਥੇ ਆਉਣ ਤੋਂ ਪਹਿਲਾਂ ਅਸੀਂ ਕ੍ਰੋਧੀ ਹੁੰਦੇ, ਅਤਿਅੰਤ ਵੀ ਕ੍ਰੋਧੀ ਹੁੰਦੇ, ਪਰ ਸੰਗਤ ਕਰਨ ਤੋਂ ਬਾਅਦ ਗੁੱਸਾ ਖਤਮ ਹੋਣਾ ਚਾਹੀਦਾ। ਘਟਣਾ ਤਾਂ ਚਾਹੀਦਾ ਨਾ। ਅੱਜ ਜਿਵੇਂ ਬੈਲੈਂਸ ਸ਼ੀਟ ਬਣਾਉਂਦੇ ਵਪਾਰੀ, ਹਰ ਸਾਲ ਦਾ ਕਿੰਨਾ ਘਾਟਾ ਕਿੰਨਾ ਨਫਾ ਮੁਨਾਫਾ ਹੋਇਆ, ਕਿ ਅਸਾਂ ਵੀ ਆਪਣਾ ਦੇਖਿਆ ਕਿ ਭਾਈ ਨਵਾਂ ਸਾਲ ਚੜ੍ਹਿਆ, ਅਸੀਂ ਫੁੱਲਾਂ ਦੇ ਨਾਲ ਮਹਾਰਾਜ ਦਾ ਸਰੂਪ ਢੱਕ ਤੇ ਦਿੱਤਾ ਹੈ, ਅਤੇ ਕੀ ਗਿਆਨ ਤੇ ਨਹੀਂ ਖਤਮ ਕਰਦਾ, ਢੱਕ ਦਿੱਤਾ ਕਿ ਪਤਾ ਹੀ ਨਹੀਂ ਲੱਗੇ। ਇਹ ਤੇ ਕਰਮ ਕਾਂਡ ਲੋਕ ਕਰਦੇ ਨੇ, ਸਾਰੇ ਕਰਦੇ ਨੇ, ਅਸੀਂ ਵੀ ਕਰਦੇ ਹਾਂ, ਪਰ ਕੀ ਗੁਰੂ ਗ੍ਰੰਥ ਸਾਹਿਬ 'ਤੇ ਸੁੱਟੇ ਹੋਏ ਫੁੱਲਾਂ ਦੇ ਨਾਲ ਕੁਝ ਕਦੇ ਕਿਸੇ ਨੂੰ ਮਿਲਿਆ? ਨਹੀਂ ਮਿਲਣਾ ਤੇ ਕੁਛ ਨਹੀਂ ਨਾ। ਪਰ ਕਿਉਂ ਸੁੱਟਦੇ ਆ? ਲੈ ਫਲਾਣਿਆਂ ਨੇ ਸੁੱਟਿਆ, ਅਸੀਂ ਘਾਟਾ ਕਿਸੇ ਤੋਂ। ਉਹਨੇ 4 ਕਿਲੋ ਸੁੱਟੇ, ਅਸੀਂ 10 ਕਿਲੋ ਸੁੱਟਾਂਗੇ। ਬਰਬਾਦੀ ਕਰ ਰਹੇ ਨੇ ਅਸੀਂ, ਹੋਰ ਕੀ ਕਰ ਰਹੇ ਹਾਂ? ਖੈਰ, ਚਾਹੀਦਾ ਤਾਂ ਇਹ ਸੀ ਕਿ ਬੈਠ ਕੇ ਅਸੀਂ ਸਮਝਦੇ ਕਿ ਪਿਛਲੇ ਸਾਲ ਸਾਡੇ ਜੀਵਨ 'ਚ ਇੰਨਾ ਕ੍ਰੋਧ ਸੀ, ਇੰਨਾ ਕਾਮ ਸੀ। ਇਹਦਾ ਦਰਸ਼ਨ ਪੜ੍ਹਨਾ ਸਮਝਣਾ ਹੋਵੇ ਨਾ। ਪੰਚਮ ਪਾਤਸ਼ਾਹ ਸਾਹਿਬ ਜੀ ਸ਼੍ਰੀ ਤਰਨ ਤਾਰਨ ਸਾਹਿਬ ਅਜੇ ਆਬਾਦ ਕਰਵਾ ਰਹੇ ਸਨ, ਕਿਉਂਕਿ ਤਰਨ ਤਾਰਨ ਸਾਹਿਬ ਪੰਚਮ ਪਾਤਸ਼ਾਹ ਸਾਹਿਬ ਨੇ ਬਣਾਇਆ। ਉਦੋਂ ਤਲਾਅ ਦੀ ਪੁਟਾਈ ਹੋ ਰਹੀ, ਛੋਟੇ ਨਗਰ ਵਸ ਰਿਹਾ। ਮਹਾਰਾਜ ਦੇ ਕੋਲ ਇੱਕ ਬੰਦੇ ਨੇ ਆ ਕੇ ਮੱਥਾ ਟੇਕਿਆ, ਕੀਰਤਨ ਸੁਣਿਆ, ਸਤਸੰਗਤ ਕੀਤੀ, ਸਿੱਖੀ ਸਰੂਪ ਲੈ ਲਿਆ, ਸਿੱਖ ਬਣ ਗਿਆ। ਪਰ ਕੁਝ ਸਮੇਂ ਬਾਅਦ ਫਿਰ ਮਹਾਰਾਜ ਕੋਲ ਕਿ ਮਹਾਰਾਜ ਮੈਂ ਬਾਹਰੋਂ ਤਾਂ ਸਿੱਖੀ ਸਰੂਪ ਲੈ ਲਿਆ, ਬਾਣੀ ਪੜ੍ਹਨ ਲੱਗ ਪਿਆ, ਕੀਰਤਨ ਵੀ ਸੁਣਦਾ, ਚੰਗਾ ਲੱਗਦਾ ਹੈ, ਪਰ ਕੀ ਕਰਾਂ, ਝੂਠ ਬੋਲਣ ਦੀ ਆਦਤ ਨਹੀਂ ਜਾਂਦੀ। ਮਹਾਰਾਜ ਕਹਿਣ ਲੱਗੇ ਕੰਮ ਕੀ ਕਰਦਾ? ਭਾਈ ਖੇਤੀਬਾੜੀ ਕਰਦੇ ਆ। ਹੋਰ ਵੀ ਕੋਈ ਨਾਲ ਕਰਦਾ ਹੈ? ਕਹਿਣ ਲੱਗਾ ਜੀ ਹਾਂ, ਖੇਤੀਬਾੜੀ ਦੇ ਨਾਲ ਪਿੰਡ ਦਾ ਸਰਪੰਚ ਆ, ਅਤੇ ਸਰਪੰਚ ਹੀ ਝੂਠ ਬੋਲਣਾ ਪੈਂਦਾ ਮਹਾਰਾਜ। ਲੋਕਾਂ ਦੇ ਫੈਸਲੇ, ਨਿਤ ਪੰਚਾਇਤਾਂ ਹੁੰਦੀਆਂ, ਅਤੇ ਨਿਤ ਪੰਚਾਇਤਾਂ ਮਹਾਰਾਜ ਤੁਹਾਨੂੰ ਪਤਾ ਹੈ ਸੱਚ 'ਤੇ ਥੋੜ੍ਹਾ ਹੁੰਦੀਆਂ ਨੇ। ਅੱਜ ਵੀ ਖਿਮਾ ਕਰਨਾ, ਪੰਚਾਇਤਾਂ ਕਹਿਣ ਨੂੰ ਸੱਚ ਹੁੰਦਾ ਹੈ, ਪਰ ਪੰਚਾਇਤਾਂ 'ਚ ਸੱਚ ਨਾ ਬੇੜਾ ਤੇ ਕਦੇ ਕਦਾਈ ਹੁੰਦਾ ਹੋਵੇਗਾ। ਕਹਿਣ ਲੱਗਾ ਮਹਾਰਾਜ ਉੱਥੇ ਤਾਂ ਰੋਜ਼ ਝੂਠ ਬੋਲਣਾ ਪੈਂਦਾ। ਮਹਾਰਾਜ ਕਹਿਣ ਲੱਗੇ ਫਿਰ ਝੂਠ ਬੋਲੇ ਅਤੇ ਗੁਰੂ ਨਾਨਕ ਦੇ ਸਿੱਖੀ ਅਤੇ ਝੂਠ ਇਕੱਠੇ ਤੇ ਨਹੀਂ ਰਹਿ ਸਕਦੇ ਨਾ। ਕਹਿਣ ਲੱਗਾ ਮਹਾਰਾਜ ਮੇਰੇ 'ਤੇ ਕਿਰਪਾ, ਬਲ ਨਹੀਂ ਮੇਰੇ ਕੋਲ, ਛੁੱਟਦਾ ਨਹੀਂ ਗਾ, ਝੂਠ ਬੋਲਿਆ ਤੇ ਬਿਨਾਂ ਰਿਹਾ ਹੀ ਨਹੀਂ ਜਾਂਦਾ। ਮਹਾਰਾਜ ਕਹਿੰਦੇ ਕਿ ਜੁਗਤ ਦੇਨੇ ਆ, ਕਰ ਲਏਗਾ ਤੇ ਠੀਕ ਹੈ। ਕਹਿਣ ਲੱਗਾ ਜੋ ਕਹੋਗੇ ਕਰਾਂਗਾ। ਮਹਾਰਾਜ ਕਹਿੰਦੇ ਲੱਗੇ ਇੱਦਾਂ ਕਰ, ਹੁਣ ਜਾਏਗਾ ਨਾ ਘਰ, ਮੱਥਾ ਟੇਕ ਕੇ ਜਾ ਰਹੇ ਆ, ਤੂੰ ਕੰਮ ਤੇ ਆਪਣੇ ਕਰਨੇ ਆ, ਪਰ ਇੱਕ ਕੰਮ ਕਰ, ਰੋਜ਼ਾਨਾ ਦੀ ਕਾਪੀ ਲਗਾ ਲੈ, ਜਿਵੇਂ ਆਪਣਾ ਲੈਣ ਦੇਣ ਲਿਖਦਾ ਨਾ ਵੀ ਅੱਜ ਕਿਤੋਂ ਲਏ ਅਤੇ ਕਿਤੇ ਦਿੱਤੇ, ਜਿਵੇਂ ਆਪਣਾ ਹਿਸਾਬ ਕਿਤਾਬ ਲੈਣ ਦੇ ਲਿਖਦੇ ਹੋ ਨਾ, ਇੱਦਾਂ ਸ਼ਾਮ ਨੂੰ ਲਿਖ ਲਿਆ ਕਰ ਵੀ ਅੱਜ ਝੂਠ ਬੋਲਿਆ, ਵੀ ਮੈਂ ਅੱਜ ਜਿੱਥੇ ਪਰਸਨੈਲਿਟੀ ਡਿਵੈਲਪਮੈਂਟ ਕੀਤੀ ਜੇ ਕਰਾਈ ਜਾਂਦੀ, ਉੱਥੇ ਵੀ ਤਰ੍ਹਾਂ ਆਪਣੇ ਜੀਵਨ ਦੀਆਂ ਕੁਝ ਚੀਜ਼ਾਂ ਨੂੰ ਨੋਟ ਕਰਾਇਆ ਜਾਂਦਾ ਹੈ। ਆਕਾ ਤੇ ਕਦੇ ਆਪਣੇ ਵੇਖਣ ਸਾਈਕੋਲੋਜਿਸਟ ਥੈਰੇਪੀਆਂ ਲੈ ਕੇ ਜਿਹੜੇ ਦੇਖਦੇ ਹੋ, ਪਤਾ ਹੈ ਲੋਕ ਕਿੱਦਾਂ ਕਹਿੰਦੇ ਨੇ, ਪਹਿਲਾਂ ਲਿਖੋ ਤੁਹਾਡੇ ਅੰਦਰ ਕੀ ਕੀ ਹੈ, ਤੁਹਾਡੇ ਖਿਆਲ ਕੀ ਨੇ, ਸੰਕਲਪ ਕੀ ਨੇ, ਲਿਖੋ ਇਹਨਾਂ ਨੂੰ, ਅੰਦਰੋਂ ਬਾਹਰ ਕੱਢੋ, ਤੁਹਾਨੂੰ ਪਤਾ ਤਾਂ ਲੱਗੇ ਮੇਰੇ ਅੰਦਰ ਕੀ ਭਰਿਆ ਪਿਆ। ਲਿਖ ਲਿਆ ਕਰ ਵੀ ਅੱਜ ਸਾਰਾ ਦਿਨ ਮੈਂ ਸੰਗਤ ਗਿਆ, ਪੰਚਾਇਤ 'ਚ ਗਿਆ, ਖੇਤੀਬਾੜੀ, ਘਰ ਪਰਿਵਾਰ 'ਚ ਕਿਵੇਂ ਝੂਠ ਬੋਲਿਆ। ਅਤੇ ਜੇ ਝੂਠ ਬੋਲੇ ਤਾਂ ਆਪਣੀ ਕਾਪੀ 'ਤੇ ਇਮਾਨਦਾਰੀ ਦੇ ਨਾਲ ਲਿਖ ਲਾ ਵੀ ਅੱਜ ਸਾਰੇ ਦਿਨ 'ਚ ਮੈਂ 2 ਵਾਰ ਝੂਠ ਬੋਲਿਆ। ਕਦੇ ਆਪਾਂ ਟਰਾਈ ਵੀ ਕਰ ਸਕਦੇ ਆ, ਸ਼ਾਮ ਨੂੰ ਆਪਣੀ ਕਾਪੀ 'ਤੇ ਪਰਸਨਲ ਡਾਇਰੀ ਬਣਾ ਲਈ ਛੋਟੀ ਜੀ, ਵੀ ਮੈਂ 2 ਵਾਰ ਝੂਠ ਬੋਲਿਆ, 3 ਵਾਰ ਝੂਠ ਬੋਲਿਆ, ਨੋਟ ਕਰ ਲਿਆ।
रोज़ डे बाई डे इस नोट करी जा कि मैं 2 वार 3 वार 4 वार की बोलिया, जिस ते नहीं झूठ बोलिया ना लिख, तो महीने बाद लिया के कापी सानू दिखा दे। किसी को पढ़दा नहीं खोलण की लोड़, किसी को कुछ कहण की लोड़ नहीं, बस महीने बाद कापी मेरे को साडे को लै कर असीं पढ़ लिया करांगे, देखां की करदा है। बड़ी ईमानदारी नाल उन्हें कीता। पहला महीना आया, लिखिया मान लो 100 बार झूठ बोलिया। जदों कापी महाराज ने पढ़ी तो मन ही मन गलानी, महाराज की सोचणगे मेरे बारे, मैं पिंड का सरपंच हाँ, चौधरी आ, 100 बार झूठ बोलिया। पर महाराज ने कुछ नहीं किया, हस के क्या 100 बार बोलिया भाई झूठ, ठीक है जी। अगले महीने गया, वो 100 बार की बजाय 70 हो गया। तीजे को महीने आया, 70 का 50 रह गया। करद्या करद्या 5-6 महीने में आए तो कापी खाली। हुण झूठ नहीं बोलता, क्योंकि अपने अंदर गलानी आ रही सी कि मैं इन्ना झूठ बोलदा। महाराज जे कि पता लग रहा मैं 100 बार झूठ बोलदा महीने च, दिन 30 नहीं गुजरते तो 100 बार झूठ हो जाता। हौली हौली 5-6 महीनों के विच आया, कापी कोरी लैके आ गया। महाराज कहने लगे हुण कार विहार च कोई फर्क पिया कि पंचायतों के फैसलों कोई फर्क पिया? कहने लगा नहीं महाराज, सगों मन शांत हो गया। अगे झूठ बोल के किसी ने गवाही दई दी सी, झूठ बोल के फैसला कराईदा सी, वो तनाव बनिया रहिंदा सी, किते भेत ना खुल जे, किते पड़दा ना खुल जे। हुण ते प्रवाह ही कोई नहीं, सच्चो सच फैसले हुंदे ने, सच्चो सच गवाहियां हुंदियां ने। हुण ते सब टेंशन चिंता मुक्त हो गए। महाराज कहने लगे झूठ ही सानू मारदा है। आ जितनियां टेंशन साडे सिरां ते ने, कदे गौ के देखना ये सच दियां नहीं गियां, साडे बनाए हुए झूठ दियां ने। असां बल बोलिया झूठ नहीं है, झूठ के लफ्ज़ां नाल बोलिया ही नहीं जाता। असीं झूठा डंबर बना के बैठे आ, अपनी झूठी प्रतिष्ठा, मेरा बड़प्पन, मेरा एक दायरा है, मेरी एक पर्सनैलिटी है, पर वो पर्सनैलिटी एक्चुअली मेरी है नहीं, झूठा दायरा बने, उसनूं मेनटेन करने वास्ते कर रहे हैं। ये दूजे भाव है, यही दूजा भाव जदों असीं संसार की दुनिया की जो अपनी अपनी सब ने एक पर्सनैलिटी से बना रखी, मेरी आ है, मैं इसनूं मेनटेन कर रहा, जप करदा हाँ, लेकिन गुरु नूं नहीं कहता कि महाराज जप कीता, मैं लोगों को दसदा कि महाराज कहने लगे ये अंधे कर्म ने। इस करके महाराज की दृष्टि अंधे वो नहीं जिन्हों के नेत्र नहीं गे। पाठ करदे करदे पढ़े होना, अंधे से ना आखिए जिन मुख लोड़ ना है। जिन्हों दी अखां कुदरती है नहीं वो अंधे ने, ठीक है, तो कुदरती ने ना। महाराज फिर तुहाडी दृष्टि च अंधे किहड़े ने? अंधे से ही नानका जे खसम हो कुत्थे जा है। असलियत जो अंधे वो ने जिन सच समझ नहीं आउंदा, जिन सच दिसता नहीं, जिन सच सुनता नहीं, जो सच नूं देख के भी मूँह मोड़ लेंदे ने, जो सच हुंदियां होइयां भी बदल देंदे ने। की करिए फिर? महाराज कहने लगे भाए दूजा, इस तरह दूजे पासे ध्यान करके जेते कर्म करे। जितने भी मनुख कर्म करता है, आप सारे करते लगभग, साडा फोकस गुरु नहीं है, फोकस संसार है। असीं दुनिया मेनटेन करते कि महाराज की करी, दुनिया च रहना है ना, इस करके थोड़ा बहुत तो करना ही पैंदा। दुनिया के बनतर दे विच रहना ना, लोगों च बरादरी च रहना, करना ही पैंदा। तो नतीजा की निकलता है? दुख लगा उन्ना दुखी होंगे आ। जितना सी समाज नूं, जिन्ना सी दुनिया नूं, बरादरी नूं खुश करने लई कर्म कर रहे हैं, उन्हें दुख असी, दुख कौन भुगतदा? असीं भुगतदे हैं। और असीं सारे इस दुख नूं भोगी जा रहे हैं, कर्म करी जा रहे हैं, दुख नूं भोगी जा रहे हैं, कर्म करी जा रहे हैं। दूजे भाए जेते कर्म करे, दुख लगे तन धाए। उन्हें दौड़ के दुखा चंबड़ते ने। शायद इसे करके एक वचन है, दुख छड्ड। सुख नूं मंगदे अपने वल्लों, लेकिन मिलते दुख ने। असीं कोशिश करते हाँ सुख की खातर, पर मिलते दुख ने। जतन बहुत सुख के किए, दुख को कियो ना कोय। दुख का यतन नहीं है, झूठ झाट असीं बोलते हैं अपने सुख वालों, लेकिन अल्टीमेट चो मिलता दुख। हुंदी परेशानियां, मिलदियां ने टेंशनस। तो भाई किनूं बदलना पैना है? दुनिया नूं नहीं। दुनिया ना बदली कदे तो ना बदलनी है। इस करके दूजे नूं बदलने की कोशिश ना करया करिए। असीं इत्थे एक दूजे नूं बदल, तुसीं बदलो, तुसीं बदलो। साडे घर तो लैके धर्म स्थानां तक इको अनाउंसमेंट हो रही है, बदलो भाई, बदल जाओ, बदल जाओ, बदल जाओ।
ਇਹ ਨਹੀਂ ਕਹਿੰਦਾ ਨਾ, ਬਦਲ ਜਾਈਏ, ਮੈਂ ਬਦਲਾਂ ਆਪਣੇ ਆਪ ਨੂੰ, ਮੈਂ ਆਪਣੇ ਆਪ ਨੂੰ ਬਦਲਵਾ। ਜੇ ਮੈਂ ਆਪਣੇ ਆਪ ਨੂੰ ਬਦਲ ਲਾਂਗਾ, ਉਹ ਗਾਥਾ ਅਸੀਂ ਸੁਣੀ ਬਹੁਤ ਵਾਰ, ਕਦੇ ਅਸੀਂ ਧੰਨ ਗੁਰੂ ਰਾਮਦਾਸ ਦੇ ਨਾਂ 'ਤੇ ਨਾਲ ਸੁਣ ਲੈਂਦੇ ਹਾਂ, ਕਦੇ ਕਿਸੇ ਹੋਰ ਮਹਾਤਮਾ ਦੇ ਨਾਂ 'ਤੇ, ਕਿਉਂਕਿ ਉਹ ਦਾਰਸ਼ਨਿਕ ਗਾਥਾਵਾਂ ਨੇ ਕਿ ਮਾਂ ਇੱਕ ਬੱਚੇ ਨੂੰ ਲੈ ਕੇ ਗਈ ਹੈ, ਬਾਬਾ ਇਹ ਬੱਚਾ ਗੁੜ ਬਹੁਤ ਖਾਂਦਾ ਹੈ, ਅਤੇ ਬਾਬੇ ਨੇ ਕਿਹਾ ਹਫ਼ਤੇ ਬਾਅਦ ਲੈ ਕੇ ਆਈ, ਹਫ਼ਤੇ ਬਾਅਦ ਲੈ ਕੇ ਗਈ, ਅਤੇ ਬਾਬਾ ਕਹਿੰਦਾ ਬੇਟਾ ਗੁੜ ਨਾ ਖਾਇਆ ਕਰ। ਅਤੇ ਮਾਈ ਕਹਿਣ ਲੱਗੀ ਲੈ ਬਾਬਾ ਕੰਮ ਤਾਂ ਇੰਨਾ ਹੀ ਸੀ ਨਾ, ਪਹਿਲਾਂ ਹਫ਼ਤੇ ਬਾਅਦ ਕਹਿ ਦਿੰਦੇ, ਕਹਿਣ ਲੱਗੇ ਉਹ ਤਾਂ ਮੈਂ ਆਪ ਖਾਂਦਾ ਸਾਂ, ਪਹਿਲਾਂ ਮੈਂ ਬਦਲਿਆ ਆਪਣੇ ਆਪ ਨੂੰ ਤਾਂ ਮੈਂ ਕਿਹਾ, ਪਰ ਅਸੀਂ ਆਪ ਗੁੜ ਖਾਂਦੇ ਹਾਂ। ਕਈ ਨੇ ਗੁੜ ਨਾ ਖਾਇਆ ਕਰੋ, ਅਸੀਂ ਕਹਿੰਦੇ ਹਾਂ, ਪਰ ਨਹੀਂ, ਪਹਿਲਾਂ ਆਪ ਸਾਨੂੰ ਗੁੜ ਖਾਣਾ ਛੱਡਣਾ ਪੈਣਾ। ਇਹ ਕਰਮ ਆਪਣੇ ਫੋਕਸ ਬਦਲਣਾ ਪੈਣਾ, ਔਰ ਸੱਚ ਚਾਨਣਾ ਇਸ ਬਦਲੇ ਹੋਏ ਫੋਕਸ ਦੀ ਕੀਮਤ ਵੀ ਚੁਕਾਉਣੀ ਪੈਣੀ ਜੀ, ਕਿਉਂਕਿ ਬਦਲਾਅ ਦੀ ਕੀਮਤ ਸੰਸਾਰ ਦਿੰਦਾ ਹੈ। ਅੱਜ ਕਹਿਣ ਲੱਗੇ ਦੂਜੇ ਭਾਏ ਦੂਜੇ ਜੇ ਤੇ ਕਰਮ ਕਰੇ, ਦੁੱਖ ਲੱਗੇ ਤਨ ਧਾਏ। ਦੂਜੇ ਪਾਸੇ ਮੂੰਹ ਕਰਕੇ ਜਿਤਨੇ ਕਰਮ ਕਰਦੇ ਆ, ਉਹਨਾਂ ਦਾ ਨਤੀਜਾ ਦੁੱਖ ਮਿਲਦਾ ਹੈ। ਮਹਾਰਾਜ ਕੀ ਕਰੀਏ ਫਿਰ? ਗੁਰਪ੍ਰਸਾਦੀ ਸੁਖ ਹੀ ਉਪਜੈ। ਸੁਖ ਕਿੱਦਾਂ ਮਿਲਦਾ ਹੈ? ਮਹਾਰਾਜ ਇੱਥੇ ਕਰਮਾਂ ਦੀ ਵਿਆਖਿਆ ਨਹੀਂ ਕਰਵਾ ਰਹੇ ਕਿ ਕਿਸ ਕਰਮ 'ਚੋਂ ਸੁੱਖ ਮਿਲੇਗਾ ਅਤੇ ਕਿਸ ਕਰਮ 'ਚੋਂ ਦੁੱਖ ਮਿਲੇਗਾ, ਨਹੀਂ, ਇੱਥੇ ਭਾਵਨਾਵਾਂ ਦਾ ਫਰਕ ਹੈ, ਜਿਸ ਨੂੰ ਅਸੀਂ ਸੁਰਤ ਕਹਿੰਦੇ ਹਾਂ। ਸਾਡੇ ਫੋਕਸ ਦਾ ਫਰਕ ਹੈ। ਸਾਡਾ ਫੋਕਸ ਕਿਸ ਪਾਸੇ ਹੈ? ਕੀ ਫੋਕਸ ਸਾਡਾ ਗੁਰਪ੍ਰਸਾਦ ਲਈ ਹੈ ਜਾਂ ਫੋਕਸ ਸਾਡਾ ਦੁਨੀਆ ਦੀ ਖੁਸ਼ੀ ਲਈ ਹੈ? ਜੇ ਸਾਡਾ ਫੋਕਸ ਦੁਨੀਆ ਦੀ ਖੁਸ਼ੀ ਲਈ ਹੈ ਤਾਂ ਨਤੀਜਨ ਅਤੇ ਯਕੀਨਨ ਸਾਨੂੰ ਕੁਝ ਨਾ ਕੁਝ ਦੁੱਖ ਭੋਗਣਾ ਪਏਗਾ, ਪਰੇਸ਼ਾਨੀਆਂ ਆਉਣਗੀਆਂ। ਜੇ ਗੁਰੂ ਕੀ ਕਿਰਪਾ ਲਈ ਕਰਮ ਕਰ ਰਹੇ ਆ, ਉਹੀ ਕਰਮ ਕਰਦੇ ਆ ਅਤੇ ਸਮਰਪਿਤ ਗੁਰੂ ਨੂੰ ਚਾਹੁੰਦੇ ਆ, ਅਤੇ ਗੁਰਪ੍ਰਸਾਦ ਵਰਤਦਾ ਹੈ। ਅਤੇ ਜਦੋਂ ਗੁਰਪ੍ਰਸਾਦ ਮਿਲਦਾ ਹੈ ਅਤੇ ਸੁੱਖ ਮਿਲਦਾ ਹੈ, ਕਿਉਂਕਿ ਅੱਜ ਤੱਕ ਅਸੀਂ ਸੁਣਿਆ ਦੁਨੀਆ ਦਾ ਜੋ ਕੁਝ ਵੀ ਸੁੱਖ ਹੈ ਉਹ ਪ੍ਰਸਾਦ ਕਰਕੇ ਮਿਲਦਾ ਹੈ, ਗੁਰਪ੍ਰਸਾਦ ਵਰਤਦਾ ਹੈ ਅਤੇ ਸੁੱਖ ਹੁੰਦਾ ਹੈ। ਇਸੇ ਕਰਕੇ ਅਸੀਂ ਆਪਣੇ ਵੱਡਿਆਂ ਦੀ ਸੰਗਤਾਂ 'ਚ ਪੜ੍ਹਦੇ ਆ ਨਾ, ਕਦੇ ਕਦੇ ਆਪਾਂ ਵੀ ਪੜ੍ਹ ਲੈਂਦੇ ਹਾਂ, ਕਿਰਪਾ ਕਰੋ ਦੀਨ ਕੇ ਦਾਤੇ, ਮੇਰੇ 'ਤੇ ਕਿਰਪਾ ਕਰੋ। ਕਿਰਪਾ ਨੂੰ ਹੀ ਪ੍ਰਸਾਦ ਕਹਿੰਦੇ ਨੇ। ਗੁਰਬਾਣੀ ਸ਼ਬਦ ਹੈ ਨਾ ਗੁਰਪ੍ਰਸਾਦ, ਇਹਦਾ ਮਤਲਬ ਹੈ ਗੁਰੂ ਦੀ ਕਿਰਪਾ। ਸੁੱਖ ਜਿਹੜਾ ਹੈ ਗੁਰੂ ਦੀ ਕਿਰਪਾ ਕਰਕੇ ਮਿਲਦਾ ਹੈ। ਅਤੇ ਗੁਰੂ ਦੀ ਕਿਰਪਾ ਕਿੱਦਾਂ ਪ੍ਰਾਪਤ ਹੁੰਦੀ ਭਾਈ? ਗੁਰੂ ਦੀ ਕਿਰਪਾ ਵਾਸਤੇ ਕੋਈ ਕਰਮ ਨਹੀਂ ਬਦਲਨੇ ਪਏ। ਅਸੀਂ ਰੋਜੀ ਰੋਟੀ ਕਮਾਉਣ ਵਾਸਤੇ ਜੋ ਕੁਝ ਕਰਮ ਕਰਦੇ, ਜੋ ਡਿਊਟੀਜ਼ ਨੇ, ਉਹ ਗੁਰੂ ਦੀ ਕਿਰਪਾ ਲਈ ਬਦਲਣੀਆਂ ਨੇ। ਵੀ ਅਸੀਂ ਘਰ ਪਰਿਵਾਰ 'ਚ ਕੀ ਕਰਮ ਕਰਦੇ ਹਾਂ, ਵਪਾਰ 'ਚ ਰੋਜੀ ਰੋਟੀ ਲਈ ਕੀ ਕਰਮ ਕਰਦੇ ਹਾਂ, ਐਸਾ ਤਾਂ ਕੁਛ ਵੀ ਬਦਲਣਾ ਨਹੀਂ ਹੈ ਨਾ। ਬਸ ਗੁਰੂ ਦੀ ਕਿਰਪਾ ਵਾਸਤੇ ਫੋਕਸ ਬਦਲਣਾ ਹੈ। ਗੁਰੂ ਨਾਨਕ ਸਾਹਿਬ ਦੀਆਂ ਸਾਖੀਆਂ 'ਚ ਇੱਕ ਚੋਰ ਦਾ ਜ਼ਿਕਰ ਆਉਂਦਾ ਹੈ ਨਾ, ਔਰ ਸ਼ਾਇਦ ਜਦੋਂ ਤੱਕ ਆਪ ਨੇ ਪੜ੍ਹਿਆ ਹੋਵੇ, ਗੁਰੂ ਨਾਨਕ ਸਾਹਿਬ ਦੇ ਹਜ਼ੂਰ ਉਸ ਵਿਅਕਤੀ ਕਹਿੰਦਾ ਕਿ ਮੈਂ ਚੋਰੀ ਕਰਦਾ ਹਾਂ, ਚੋਰੀ ਛੱਡ ਨਹੀਂ ਸਕਦਾ। ਅਤੇ ਸੰਸਾਰ ਦੇ ਵਾਹਦ ਪਹਿਲੇ ਗੁਰੂ ਨੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਅੱਛਾ ਨਹੀਂ ਛੱਡ ਸਕਦਾ? ਕਹਿਣ ਲੱਗਾ ਨਹੀਂ, ਚੋਰੀ ਛੱਡ ਨਹੀਂ ਸਕਦਾ ਕਿਉਂਕਿ ਚੋਰੀ ਹੀ ਮੇਰੀ ਕਿਰਤ ਹੈ। ਅਤੇ ਮਹਾਰਾਜ ਕਹਿਣ ਲੱਗੇ ਅੱਛਾ ਕਰ ਲਿਆ ਕਰ। ਪਹਿਲੇ ਗੁਰੂ ਨੇ ਜੋ ਕਹਿੰਦੇ ਚੋਰੀ ਵੀ ਕਰ ਲਿਆ ਕਰ, ਪਰ ਇੱਕ ਚੇਤਾ ਰੱਖੀ। ਹਾਂਜੀ ਮਹਾਰਾਜ, ਚੋਰੀ ਕਰੇਗਾ ਪਰ ਮੇਰੇ ਕੁਝ ਬਚਨ ਚੇਤੇ ਰੱਖੀ, ਇਹ ਪ੍ਰਸਾਦ ਹੈ। ਧਿਆਨ ਮੇਰੇ 'ਤੇ ਰੱਖੀ। ਚੋਰੀ ਕਰਨ ਜਾਏਗਾ ਧਿਆਨ ਮੇਰੇ 'ਤੇ ਰੱਖੀ, ਗੁਰੂ 'ਤੇ ਧਿਆਨ ਰੱਖੀ। ਮਹਾਰਾਜ ਕੀ ਕਰਨਾ ਹੈ? ਇਹ ਕਹਿਣ ਲੱਗੇ ਚੋਰੀ ਕਰਨ ਜਾਣਾ, ਝੂਠ ਨਹੀਂ ਬੋਲਣਾ। ਅਤੇ ਕਲਪਨਾ ਕਰਨਾ ਕਿ ਝੂਠ ਬੋਲਣ ਤੋਂ ਬਿਨਾਂ ਚੋਰੀ ਕਿੱਦਾਂ ਕਰੇਗਾ? ਪਰ ਬੋਲਿਆ ਉਹਨੇ, ਸੱਚ ਬੋਲਿਆ। ਪਹਿਲੀ ਗੱਲ ਸੱਚ ਬੋਲੀ, ਠੀਕ ਹੈ ਜੀ। ਦੂਜਾ ਕੰਮ ਚੋਰੀ ਕਰੇ ਜਿਸ 'ਤੇ ਕਰ, ਪਰ ਜਿਸ ਦਾ ਨਮਕ ਖਾਧਾ ਹੋਵੇ ਅਤੇ ਹਰਾਮ ਨਾ ਕਰੀ। ਸੱਤ ਹੈ ਜੀ, ਨਹੀਂ ਕਰਾਂਗਾ। ਤੀਜਾ ਬਚਨ ਹੋਰ ਦੱਸੋ? ਦੇਖ ਤੇਰੇ ਕਰਕੇ ਗਰੀਬ ਮਾਰਨਾ ਹੋਵੇ, ਕੋਈ ਗਰੀਬ ਨਾ ਮਾਰਿਆ ਜਾਂਦਾ ਹੋਵੇ। ਸੱਤ ਹੈ ਜੀ, ਨਹੀਂ ਕਰਾਂਗਾ। ਸਾਰੇ ਸਾਖੀਕਾਰ ਸੁਣਾਉਂਦੇ ਨਾ, ਹੁਣ ਕਿਤੇ ਚੋਰੀ ਕਰਨ ਦਾ ਤਾਂ ਇੰਤਜ਼ਾਮ ਕੀਤਾ ਅਤੇ ਚੋਰ ਸਭ ਨੂੰ ਪਤਾ ਕੋਈ ਨਾ ਕੋਈ ਤਰੀਕਾ ਲੱਭ ਲੈਂਦੇ। ਤਰੀਕਾ ਲੱਭਿਆ, ਇਹਨੇ ਘੋੜਾ ਲਿਆ, ਚੰਗੇ ਕੱਪੜੇ ਪਾਏ, ਅੱਧੀ ਕੁਰਾਤ ਦਾ ਵੇਲਾ, ਕਿਸੇ ਚੰਗੇ ਨਜ਼ਦੀਕ ਛੋਟੇ ਜਿਹੇ ਰਜਵਾੜੇ ਦੇ ਦਰਵਾਜ਼ੇ 'ਤੇ ਪਹੁੰਚ ਗਿਆ। ਪਹਿਰੇਦਾਰ ਨੇ ਪੁੱਛਿਆ ਕੌਣ ਹੈ? ਕਹਿਣ ਲੱਗਾ ਜੀ ਮੈਂ ਚੋਰ ਹਾਂ। ਅਤੇ ਪਹਿਰੇਦਾਰ ਹੈਰਾਨ ਹੋ ਗਿਆ ਵੀ ਘੋੜੇ 'ਤੇ ਸਵਾਰ ਹੈ, ਵਧੀਆ ਸ਼ਾਹੀ ਕੱਪੜੇ ਪਾਏ ਨੇ, ਚੋਰ ਥੋੜ੍ਹਾ ਹੋਣਾ, ਕਿਉਂਕਿ ਚੋਰ ਥੋੜ੍ਹਾ ਕਹੇਗਾ ਮੈਂ ਚੋਰ ਹਾਂ। ਅਤੇ ਨਾਲੇ ਇਸ ਤਰ੍ਹਾਂ ਚੋਰ ਥੋੜ੍ਹਾ ਹੁੰਦੇ ਨੇ। ਦਰਵਾਜ਼ੇ 'ਤੇ ਗਿਆ, ਘੋੜੇ 'ਤੇ ਸਵਾਰ ਹੋਇਆ, ਚੰਗੇ ਵਧੀਆ ਸ਼ਾਹੀ ਕੱਪੜੇ, ਠਾਠ ਬਾਠ ਬਣਿਆ, ਕਹਿੰਦਾ ਮੈਂ ਚੋਰ ਹਾਂ।
ਪਹਿਰੇਦਾਰ ਨੇ ਕਿਹਾ ਕੋਈ ਮਾਲਕ ਦਾ ਸੰਬੰਧੀ ਨਿਕਟਵਰਤੀ ਮਿੱਤਰ ਹੋਣਾ ਹੈ ਜੋ ਮਜ਼ਾਕ ਕਰਦਾ ਪਿਆ। ਦਰਵਾਜ਼ਾ ਖੁੱਲ੍ਹ ਗਿਆ, ਅੰਦਰ ਚਲਾ ਗਿਆ। ਸਾਮਾਨ ਜਿੰਨਾ ਕੁ ਚੁੱਕਣਾ ਸੀ ਪੰਡ ਬੰਨ੍ਹ ਲਈ। ਕੁਝ ਖਾਣ ਨੂੰ ਚਿੱਤ ਕਰ ਆਇਆ, ਰਸੋਈ ਜਾ ਵੜਿਆ, ਕਿਸੇ ਡੱਬੇ 'ਚੋਂ ਕੁਝ ਮੂੰਹ 'ਚ ਪਾ ਲਿਆ। ਨਮਕ ਸੀਗਾ। ਚੇਤਾ ਆ ਗਿਆ ਪਹਿਲਾ ਬਚਨ, ਝੂਠ ਨਹੀਂ ਸੀ ਬੋਲਣਾ, ਨਹੀਂ ਬੋਲਿਆ, ਚੋਰ ਕਹਿ ਕੇ ਆਇਆ। ਦੂਜਾ ਬਚਨ ਸੀ ਕਿ ਨਮਕ ਖਾ ਕੇ ਆਰਾਮ ਨਹੀਂ ਕਰਨਾ, ਨਮਕ ਖਾ ਲਏ। ਬਚੀ ਹੋਈ ਪੰਡ ਸਾਰਾ ਸਮਾਨ ਉੱਥੇ ਛੱਡ ਕੇ ਵਾਪਸ ਚਲਾ ਗਿਆ। ਅਗਲੇ ਦਿਨ ਰੌਲਾ ਪੈ ਗਿਆ, ਰਾਜੇ ਦੀ ਘਰ ਚੋਰੀ, ਸਾਮਾਨ ਬੰਨ੍ਹਿਆ ਪਿਆ। ਆਲੇ ਦੁਆਲੇ ਦੇ ਜਿਹੜੇ ਬਦਨਾਮ ਸੀਗੇ, ਗਰੀਬ ਗੁਰਬਾ ਚੋਰ ਕੁੱਟੇ ਗਏ, ਸਾਨੂੰ ਪਕੜ ਲਿਆ ਗਿਆ, ਮਾਰ ਪੈ ਰਹੀ ਹੈ। ਇੱਕ ਦਿਨ ਦੇਖਿਆ, ਦੂਜੇ ਦਿਨ ਆਪੇ ਚਲਾ ਕੇ ਕਹਿਣ ਲੱਗੇ ਛੱਡ ਦਿਓ ਇਹਨਾਂ ਨੂੰ, ਇਹ ਗਰੀਬ ਮਾਰ ਹੋ ਰਹੀ ਹੈ, ਮੇਰੇ ਕਰਕੇ ਗਰੀਬ ਕੁੱਟ ਖਾ ਰਹੇ ਨੇ, ਕਿਉਂਕਿ ਇਹਨਾਂ ਚੋਰੀ ਕੀਤੀ ਨਹੀਂ, ਦੱਸਣ ਕੀ ਵਿਚਾਰੇ, ਚੋਰੀ ਤਾਂ ਮੈਂ ਕਰਨ ਆਇਆ ਸੀ। ਹੈਰਾਨ ਹੋ ਗਏ, ਚੋਰ ਆਪੇ ਹੀ ਆ ਗਏ। ਬਣਤਰ ਪੁੱਛੀ, ਕਹਿਣ ਲੱਗਾ ਪੁੱਛ ਲਓ, ਤੁਹਾਡੇ ਪਹਿਰੇਦਾਰ ਨੂੰ ਦੱਸ ਕੇ ਆਇਆ ਸੀ ਮੈਂ ਚੋਰ ਹਾਂ, ਤੁਹਾਡੇ ਪਹਿਰੇਦਾਰ ਨੂੰ ਦੱਸ ਕੇ ਆਇਆ। ਪਹਿਰੇਦਾਰ ਨੂੰ ਪੁੱਛਿਆ, ਕਹਿਣ ਲੱਗਾ ਜੀ ਹਾਂ, ਵਾਕਈ ਬੰਦਾ ਆਇਆ ਸੀ ਔਰ ਨੇ ਕਿਹਾ ਸੀ ਮੈਂ ਚੋਰ ਹਾਂ। ਹੈਰਾਨ ਹੋ ਗਿਆ ਰਾਜਾ ਵਕਤ ਦਾ ਵੀ ਐਸਾ ਵੀ ਹੋ ਸਕਦਾ ਹੈ। ਬਾਅਦ ਪਤਾ ਲੱਗਾ ਹੈ ਤੇ ਖਾਨਦਾਨੀ ਚੋਰਾਂ 'ਚੋਂ। ਤੇਰਾ ਬਦਲਾਵ ਕਿੱਦਾਂ ਆਇਆ? ਕਹਿਣ ਲੱਗਾ ਜੀ ਮੈਨੂੰ ਗੁਰੂ ਮਿਲ ਗਿਆ। ਗੁਰੂ ਨੇ ਕਿਰਤ ਨਹੀਂ ਬਦਲਾਈ, ਗੁਰੂ ਨੇ ਸੁਰਤ ਬਦਲ ਦਿੱਤੀ ਹੈ। ਅਸੀਂ ਕਦੇ ਕਦੇ ਇੱਕ ਤੁਕ ਪੜ੍ਹਦੇ ਹੁੰਦੇ ਹਾਂ, ਕੀਰਤਨ 'ਚ ਆਮ ਪੜ੍ਹੀ ਜਾਂਦੇ, ਕਿਰਤ ਬਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਵੇ। ਅਸੀਂ ਕੀਰਤਨ 'ਚ ਇੱਦਾਂ ਪੜ੍ਹਦੇ ਹਾਂ, ਕਿਰਤ ਬਿਰਤ ਕਰ ਧਰਮ ਦੀ। ਚੇਤਾ ਰੱਖਣਾ, ਅਸੀਂ ਦਾ ਵਿਸ਼ਰਾਮ ਜਿਹੜਾ ਨਾ ਕਦੇ ਕਦੇ ਗਲਤ ਲਾਵੇ। ਕਿਰਤ ਬਿਰਤ, ਕਿਰਤ ਕਰ ਪਰ ਬਿਰਤ ਧਰਮ ਦੀ ਕਰੀ। ਧਰਮ ਦੀ ਕੋਈ ਕਿਰਤ ਨਹੀਂ ਮੰਨੀ। ਹਰ ਕਿਰਤ ਰੋਜ਼ੀ ਰੋਟੀ ਵਾਸਤੇ ਹੈ। ਮੇਰੀ ਕਥਾ ਕਰਨਾ ਕਿਰਤ ਹੈ, ਕਿਸੇ ਦਾ ਹੋ ਕੁਛ ਹੋਰ ਕੋਈ ਕਿਰਤ ਹੈ, ਪਰ ਬਿਰਤੀ ਧਰਮ ਦੀ ਕਰ ਕਿ ਸਾਡੀ ਬਿਰਤੀ ਵੀ ਧਰਮ ਦੀ ਹੈ। ਕਿਰਤ ਤੇ ਹੈ ਸਾਡੇ ਕੋਲ, ਸਾਰਿਆਂ ਕੋਲ ਕੋਈ ਨਾ ਕੋਈ ਕਿਰਤ ਹੈ ਭਾਈ। ਕੋਈ ਪੱਥਰ ਤੋੜਦਾ ਹੋਏਗਾ, ਕੋਈ ਕੁਛ ਕੋ ਹੋਰ ਕੁਝਦਾ ਹੈ। ਕਿਰਤ ਤੇ ਸਾਰੇ ਕਰਦੇ ਨੇ, ਪਰ ਕੀ ਸਾਡੀ ਬਿਰਤੀ ਵੀ ਧਰਮ ਦੀ ਹੈ? ਭਾਈ ਸਭੇ ਗੁਰਦਾਸ ਜੀ ਕਹਿੰਦੇ ਨੇ, ਕਿਰਤ ਤੇ ਕਰ ਹੀ ਰਿਹਾ, ਆਪਣੀ ਬਿਰਤੀ ਨੂੰ ਧਰਮ ਦੀ ਕਰ ਲੈ। ਕਿਰਤ ਕੋਈ ਧਰਮ ਦੀ ਨਹੀਂ ਗੀ, ਯਾਦ ਰੱਖਣਾ। ਅਸੀਂ ਉਸ ਵਿਅਕਤੀਤਵ ਨੂੰ ਵੀ ਪੂਜਦੇ ਹਾਂ ਜਿਸ ਦੀ ਕਿਰਤ ਨੂੰ ਲੋਕ ਘਿਰਣਾ ਕਰਦੇ ਨੇ। ਅੱਜ ਆਪਾਂ ਬਾਬਾ ਸਦਨਾ ਨੂੰ ਪੂਜਦੇ ਹਾਂ, ਮੱਥਾ ਟੇਕਦੇ ਹਾਂ, ਪਰ ਸਭ ਨੂੰ ਪਤਾ ਕਿ ਸਦਨਾ ਦੀ ਕਿਰਤ ਕਸਾਈਪੁਣੇ ਦੀ ਹੈ। ਘਿਰਣਾ ਕਰਦੇ ਲੋਕ ਕਿਰਤ ਨੂੰ, ਪਰ ਕਿਰਤ ਦੀ ਪੂਜਾ ਥੋੜ੍ਹਾ ਇੱਥੇ ਤੇ ਬਿਰਤੀ ਦੀ ਪੂਜਾ ਹੈ। ਰਵਿਦਾਸ ਦੀ ਕਿਰਤ ਵਿੱਚੋਂ ਤੇ ਬਦਬੂ ਆਉਂਦੀ ਹੋਏਗੀ ਨਾ। ਚਮੜੇ ਦੀ ਕਿਰਤ ਕਰਦੇ ਨੇ, ਮਰੇ ਪਸ਼ੂਆਂ ਦਾ ਚਮੜਾ ਉਤਾਰਨਾ, ਸਾਰਾ ਦਿਨ ਖਲੜੇ 'ਚ ਕੰਮ ਕਰਨਾ, ਉੱਥੋਂ ਬਦਬੂ ਆਉਂਦੀ ਹੋਏਗੀ, ਲੋਕ ਘਿਰਣਾ ਵੀ ਕਰਦੇ ਹੋਣਗੇ, ਪਰ ਫਿਰ ਵੀ ਉਸ ਬਿਰਤੀ ਨੂੰ ਪੂਜਿਆ ਜਾਂਦਾ ਜਿਹੜੀ ਬਿਰਤੀ ਰਵਿਦਾਸ ਜੀ ਨੇ ਗ੍ਰਹਿਣ ਕੀਤੀ ਹੈ। ਇੱਥੇ ਆਪਾਂ ਕਿ ਕਿਰਤ ਨਹੀਂ ਗ੍ਰਹਿਣ ਕਰਨੀ, ਕਿਰਤ ਨਹੀਂ ਬਦਲਣੀ। ਕਿ ਗੁਰੂ ਨਾਨਕ ਸਾਹਿਬ ਨੇ ਬਾਬਾ ਲਹਿਣਾ ਦੀ ਕਿਰਤ ਬਦਲਾਤੀ? ਨਹੀਂ, ਹਟੀ ਤੋਂ ਹੋਈ ਰਹੀ ਨਾ। ਜਿਹੜੀ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਉਣ ਤੋਂ ਪਹਿਲਾਂ ਖਡੂਰ ਸਾਹਿਬ 'ਚ ਹੱਟੀ ਸੀ, ਆਪ ਪਤਾ ਹੈ, ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਵਿੱਚ ਵੀ ਉਹੀ ਹੱਟੀ ਰਹੀ। ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਵਿੱਚ ਵੀ ਉਹ ਹੱਟੀ ਉਸੇ ਤਰ੍ਹਾਂ ਹੀ ਰਹੀ। ਹੱਟੀ ਦੀ ਕਿਰਤ ਨਹੀਂ ਬਦਲੀ। ਅਮਰਦਾਸ ਮਹਾਰਾਜ ਜੀ ਕਿਰਤ ਕਰਦੇ ਰਹੇ ਨੇ, ਕਿਰਤ ਨਹੀਂ ਬਦਲੀ, ਬਿਰਤੀ ਨੂੰ ਬਦਲਿਆ ਜਾਂਦਾ ਹੈ। ਅਸੀਂ ਕਹਿੰਦੇ ਹਾਂ ਗੁਰਪ੍ਰਸਾਦੀ ਸੁਖ ਉਪਜੈ। ਗੁਰੂ ਦੀ ਕਿਰਪਾ ਬਿਰਤੀ ਕਰਕੇ ਪ੍ਰਾਪਤ ਹੁੰਦੀ, ਕਿਰਤਾਂ ਕਰਕੇ ਨਹੀਂ। ਕਿਰਤ ਹਰ ਕੋਈ ਕਰਦਾ ਪਿਆ। ਗੁਰਪ੍ਰਸਾਦੀ ਸੁਖ ਉਪਜੈ ਕਿੱਦਾਂ ਕਰਨ? ਜਾਂ ਗੁਰੂ ਕਾ ਸ਼ਬਦ ਕਮਾਏ। ਗੁਰਪ੍ਰਸਾਦ ਉਦੋਂ ਵਰਤਦਾ ਜਦੋਂ ਗੁਰੂ ਕੇ ਸ਼ਬਦ ਦੀ ਕਮਾਈ ਹੁੰਦੀ ਹੈ। ਅਤੇ ਤੁਸੀਂ ਸਾਨੂੰ ਦੱਸਿਆ ਗਿਆ ਗੁਰੂ ਕੇ ਸ਼ਬਦ ਦੀ ਕਮਾਈ ਕੀ ਜੀ? ਲੱਖ ਵਾਰ ਗੁਰੂ ਕਾ ਸ਼ਬਦ ਪੜ੍ਹ ਲਿਆ, ਬੜੀ ਕਮਾਈ ਕੀਤੀ। ਅਸੀਂ ਇੱਦਾਂ ਕਮਾਈਆਂ ਦੱਸਦੇ ਆ। ਦੇਖੋ ਜੀ ਫਲਾਣੇ ਬੰਦੇ ਨੇ ਰੋਜ਼ 10 ਮਾਲਾ ਫੇਰਦਾ, ਬੜੀ ਕਮਾਈ ਕਰਦਾ। ਸ਼ਬਦ ਹੀ ਨਹੀਂ ਭਾਈ, ਉਹ ਜਾਪ ਕਰਦਾ ਰੱਟਾ ਤਾਂ ਨਿਜ ਚੰਗਾ ਕਰਮ। ਪਰ ਗੁਰੂ ਸ਼ਬਦ ਦੀ ਕਮਾਈ ਦਾ ਮਤਲਬ ਹੈ ਕਿ ਗੁਰੂ ਕੇ ਹੁਕਮ ਨੂੰ ਪਹਿਰਾ ਦਿੰਦਾ ਹੈ, ਕਿ ਸੱਚ 'ਤੇ ਕਰਮ ਕਰਦਾ ਹੈ, ਕਿ ਸੱਚੇ ਸੁੱਚੇ ਕਰਮ ਕਰਦਾ ਹੈ, ਕਿ ਜੋ ਘਰ ਦੇ ਕਿਰਤ ਬਿਰਤ ਕਰਦਾ ਪਰਿਵਾਰ ਦੇ, ਕਿ ਉਹ ਸੱਚਾਈ 'ਤੇ ਪਹਿਰਾ ਦਿੰਦਾ ਹੈ। ਅਤੇ ਚੇਤਨਾ ਸ਼ਬਦ ਦਾ ਇੱਕ ਅਰਥ ਹੁਕਮ ਵੀ ਹੈ ਕਿ ਗੁਰੂ ਕੇ ਹੁਕਮ ਦੀ ਪਾਲਣਾ ਕਰਦਾ ਹੈ। ਪਰ ਅਸੀਂ ਐਸਾ ਅਰਥ ਹੀ ਨਹੀਂ ਕੀਤਾ। ਅਸੀਂ ਤਾਂ ਕਰਦੇ ਦੇਖੋ ਜੀ ਫਲਾਣੇ ਬਾਬੇ ਨੇ ਬੜੇ ਜਾਪ ਕੀਤੇ, ਬੜੀ ਕਮਾਈ ਕੀਤੀ। ਅਸੀਂ ਤਾਂ ਸ਼ਬਦ ਦੇ ਜਾਪ ਨੂੰ ਹੀ ਕਮਾਈ ਦੱਸੀ ਜਾਂਦੇ ਹਾਂ ਕਿ ਦੁੱਖ ਜੋ ਨੇ 1000 ਵਾਰ ਜਪਿਆ, ਉਹਨੇ ਲੱਖ ਵਾਰ ਜਪਿਆ, ਭਾਈ ਭਲਾ ਹੈ, ਚੰਗਾ ਕੀਤਾ। ਪਰ ਜੋ ਨਹੀਂ ਜਪ ਪਾ ਰਿਹਾ ਫਿਰ ਕਮਾਈ ਨਹੀਂ ਕਰੇਗਾ।
नहीं, गुरु के शब्द की कमाई है। गुरु के शब्द विच जो कहा गया है उस दी कमाई करना। जिवें अज कहते ने रसना गुण गोपाल नित गायन, तू रसना करके वाहिगुरू वाहिगुरू गा, ये कमाई कर, अपनी किरत करी जा। सानू हुक्म है ना, उठत बैठत सोवत ध्याईयै, मार्ग चलत हरे हर गाईयै। गुर प्रसाद तद वरतदा है। गुर प्रसाद दी सुख उपजै, जां गुरु का शब्द कमाए। जदों गुरु के शब्द की कमाई, भाव जो गुरु शब्द जो गुरु कहे साकार कमाओ। एक वचन है, गुर कहया साकार कमाओ। जो गुरु कह रहे ने वो करो। तो गुरु बहुत थावां ते कहंदे ने, भाई मन की मत त्याग दो, हउमय त्याग दो, छोड़ो प्राणी कूड़ कबाड़ा। ये कूड़ कबाड़ा निंदा चुगली त्याग दो, फिर कमाई आरंभ हो जाती है। सच्ची बाणी कर्म करे, सच्ची बाणी के मुताबिक कर्म करे। जो गुरबाणी विच कहा गया है तो संपूर्ण गुरबाणी नूं समझिए की कहे महाराज। सानू कह रहे ने किरत करया करो, तो नाम जपिया करो, तो वंड के छकिया करो। जे गुरबाणी मुताबिक कर्म करे, सच्ची बाणी कर्म करे, सच्ची गुरबाणी के हुक्म मुताबिक कर्म करे, तो की करे, अन दिन नाम ध्याए। नाम ध्याउणा बार बार कहते हैं, तो नाम ध्याउण लई संयुगत है कि भाई कर्म करदिया किरत करदिया होया ही नाम ध्यावना है। सानू उपदेश है ना, किरत करो तो नाम जपो। जो भी घर परिवार की किरत करते आ कि बार बार धन गुरु नानक तो वाहिगुरू जाप हो सकता ना, कौन रोकदा है सानू? हो सकता कोई तुहाडे ऑफिस विच बह के उच्ची उच्ची पाठ करन तो रोक देवे, क्योंकि उत्थों के माहौल मुताबिक ना होवे, पर अंदर हौली हौली वाहिगुरू वाहिगुरू कहण तो कोई नहीं रोकेगा ना। तुसीं फाइलां निपटांदे हो, एक फाइल स्टडी करदे हो, वाहिगुरू तेरा शुक्र है कह के काम शुरू कर लेंदे हो, काम निपट जाता है, सच्चे पातशाह शुक्र है ये फाइल कंप्लीट होगी कह के साइन कर देंदे हो, कौन रोकदा है? अन दिन नाम ध्याए। आखिर ते महाराज कहेंगे, भाई साढ़े वास नहीं, असीं ते यतन करना है। नानक जित आपे लाए तित लगे। पर असीं अखीर ते अल्टीमेट कहने कि महाराज जिधर तुसां किसी जी नूं ला दिता है लगा होया है, असां ते अपना जितना कोई यतन करना है, यतन ही कर सकते ना। नतीजे साढ़े हत्थ विच नहीं हुंदे, असीं ते सिर्फ बूटे नूं पानी पा सकते हैं, फल साढ़े हत्थ विच नहीं ना, ये नतीजे ते तुहाडे हत्थ विच ने। तुसां जिस पासे लाता जो लगाता असां उही करना है। किसी नूं तुसीं किसी ते लाता, आ बड़ा प्यारा बचन अगे जाके पढ़ांगे, एक सेवक गुरपास एक गुर कारे लाइयां। एक गुरु ने कोल बिठा लिया, एक इन्होंने दूर काम ते ला दिता है। जित तुसां लाता उत्थे काम करना है। कहना कछु न जाए, किरतां ते कर्मां दी व्याख्या असीं नहीं कर सकते। जिधर तुसीं ला दिता है उत्थे लगा पिया है, जो कर्म दिता है कर रहा है, जो किरत दिती कर रहा है। पर यह कहा जा सकता है कि सुरत बिरती गुरु वाले पासे है, या अपने आप नूं वड्डा कह साबित करने वास्ते पासे गुरुदेव किरपा करन असीं अपनी बिरती नूं बदल सकीए। बिरती बदल गई तो साडा जीवन बदल जाएगा, साडा जीवन दैविक हो जाएगा, देवत्यां वर्गा हो जाएगा। भुल चुक दी खिमा, आसीस ते प्यार देंदा फतेह बुलावना। वाहिगुरू जी का खालसा, वाहिगुरू जी की फतेह।